ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਜੀ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਚਕਰ ਚਹਨ ਅਰ ਬਰਨ ਜਾਤ, ਅਰ ਪਾਤ ਨਹਨ ਜਿਹੇ। ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਹੇ। ਅਚਲ ਮੂਰਤ ਅਨਭਉ ਪ੍ਰਕਾਸ਼, ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਣ, ਸਾਹੇ ਸਾਹਾਣ ਗਣਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਿਤ। ਤਵੈ ਸਰਬ ਨਾਮ ਕਥੈ ਕਵਨ, ਕਰਮ ਨਾਮ ਬਰਨਤ ਸਮਤ। ਪ੍ਰਭ ਜੋ ਤੋ ਕਹਿ ਲਾਜ ਹਮਾਰੀ, ਨੀਲਕੰਠ ਨਰ ਹਰ ਨਾਰਾਇਣ। ਨੀਲ ਬਸਨ ਬਨਵਾਰੀ, ਪਰਮ ਪੁਰਖ ਪਰਮੇਸ਼ਰ ਸੁਆਮੀ। ਪਾਵਨ ਪਉਨ ਆਹਾਰੀ, ਮਾਧਵ ਮਹਾਜੋਤ ਮਦ ਮਰਦਨ। ਮਾਨ ਮੁਕੰਦ ਮੁਰਾਰੀ, ਨਿਰਵਿਕਾਰ ਨਿਰਜੁਰ ਨਿੰਦਰਾ ਬਿਨ। ਨਿਰਵਿਖ ਨਰਕ ਨਿਵਾਰੀ, ਕਿਰਪਾ ਸਿੰਧ ਕਾਲ ਤ੍ਰੈ ਦਰਸੀ। ਕੋ ਕਰਿਤ ਪਰਨਾਸਨਕਾਰੀ, ਧਨੁਰ ਪਾਨ ਧ੍ਰਿਤ ਮਾਨ। ਧਰਾ ਧਰਿਅਨ ਬਿਕਾਰ ਅਸ ਧਾਰੀ, ਹਉ ਮਤ ਮੰਦ ਚਰਨ ਸ਼ਰਣਾਗਤ। ਕਰ ਗਹਿ ਲਿਹੋ ਉਬਾਰੀ, ਹਉ ਮਤ ਮੰਦ ਚਰਨ ਸ਼ਰਣਾਗਤ। ਕਰ ਗਹਿ ਲਿਹੋ ਉਬਾਰੀ, ਹਮ ਅਵਗੁਣ ਭਰੇ ਏਕ ਗੁਣ ਨਾਹੀ। ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ। ਸੁਤ ਦਾਰਾ ਸਿਉ ਪ੍ਰੀਤ ਲਗਾਈ, ਇਕ ਉਤਮ ਪੰਥ ਸੁਨਿਓ ਗੁਰ ਸੰਗਤ। ਤਿਹ ਮਿਲੰਤ ਜਮ ਤਰਾਸ ਮਿਟਾਈ, ਇਕ ਅਰਦਾਸ ਪਾਟ ਕੀਰਤ ਕੀ। ਗੁਰ ਰਾਮਦਾਸ ਰਾਖੋ ਸਰਣਾਈ, ਸੋ ਕਹੋ ਟਲ ਗੁਰ ਸੇਵੀਐ। ਅਹਨਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ। ਨੂਰ ਅਰ ਸਹੁ ਕੁਰ ਸਹੁ ਝੱਠੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ।
ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਹੱਲਾ ਪੰਜਵਾਂ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ। ਆੜ ਦਮ ਕੋ ਛਿਪਰੋ ਹੋਇਓ ਲਖੀਣਾ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ। ਆੜ ਦਾਮ ਕੋ ਛਿਪਰੋ ਹੋਇਓ ਲਖੀਣਾ। ਰਹਾਉ ਬੁਰਨਾ ਧਰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਨੀਚ ਕੁਲਾ ਜੋ ਲਹਰਾ ਭਇਓ ਗੁਣੀ ਗਹੀਰਾ। ਰਬਦਾਰ ਸੁਵੰਤਾ ਢੂਰ ਨੀਤ ਤਿਨ ਤਿਆਗੀ ਮਾਇਆ। ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ। ਸੈਨਾਈ ਬਹੁਤ ਕਾਰੀਆ ਉਹ ਘਰ ਘਰ ਸੁਣਿਆ। ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮਹਿ ਗਨਿਆ। ਇਹ ਬਿਦ ਸੁਣ ਕੇ ਜਟ ਰੋ ਉਠ ਭਗਤੀ ਲਾਗਾ। ਮਿਲੇ ਪ੍ਰਤੱਖ ਗੁਸਾਈਆ ਧੰਨਾ ਵੱਡ ਭਾਗਾ। ਇਹ ਬਿਦ ਸੁਣ ਕੇ ਜਟ ਰੋ ਉਠ ਭਗਤੀ ਲਾਗਾ। ਮਿਲੇ ਪ੍ਰਤੱਖ ਗੁਸਾਈਆ ਧੰਨਾ ਵੱਡ ਭਾਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਐਸੇ ਦੀਨ ਦਿਆਲ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨ ਕਮਲਾਂ 'ਚ ਸਜ ਬੈਠੀ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ। ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ। ਸਤਿਗੁਰੂ ਨੌਵੇਂ ਪਾਤਸ਼ਾਹ ਦੇ ਪਾਵਨ ਪਵਿੱਤਰ ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨਾਂ ਵਿੱਚ ਨਿਤਾ ਪ੍ਰਤੀ ਜੁੜ ਕੇ ਆਪਣੇ ਸਵਾਸਾਂ ਦੀ ਪੂੰਜੀ ਗੁਰੂ ਚਰਨਾਂ ਵਿੱਚ ਖਰਚਦਿਆਂ ਸਫਲਾ ਬਣਾਉਂਦੇ ਹੋ। ਤੁਰਕੀ ਬਾਣੀ ਅਕਾਲੀ ਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਹੁਕਮਨਾਮੇ ਦੀ ਦਾਤ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤੀ ਹੈ। ਆਓ ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਨਾਲ ਜੁੜੀਏ।
ਆਸਾ ਰਾਗ ਚੋਂ ਅੱਜ ਦਾ ਪਾਵਨ ਸ਼ਬਦ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ ਹੈ। ਇਹ ਪਾਵਨ ਵਚਨ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਦੇ ਉਚਾਰਨ ਕੀਤੇ ਹੋਏ ਹਨ। ਪਰ ਉੱਪਰ ਇੱਕ ਸ਼ਬਦ ਮਹਾਰਾਜ ਭਗਤ ਧੰਨਾ ਜੀ ਦਾ ਹੈ। ਆਸਾ ਰਾਗ ਵਿੱਚ ਭਗਤ ਧੰਨਾ ਜੀ ਦੇ ਨਾਂ ਦੇ ਸਿਰਲੇਖ ਹੇਠ 3 ਸ਼ਬਦ ਨੇ। 2 ਸ਼ਬਦ ਮਹਾਰਾਜ ਭਗਤ ਧੰਨਾ ਜੀ ਨੇ ਉਚਾਰਨ ਕੀਤੇ, ਵਿਚਕਾਰਲਾ ਇਹ ਸ਼ਬਦ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਉਚਾਰਨ ਕੀਤਾ ਹੈ। ਪਰ ਥੱਲੇ ਜਿਹੜੀ ਮੋਹਰ ਹੈ ਉੱਥੇ ਨਾਨਕ ਪਦ ਦੀ ਵਰਤੋਂ ਨਹੀਂ ਕੀਤੀ। ਗੁਰੂ ਅਰਜਨ ਸਾਹਿਬ ਨੇ ਧੰਨਾ ਜੀ ਦਾ ਨਾਮ ਲੈ ਕੇ ਸੰਬੋਧਨ ਕੀਤਾ ਹੈ। ਯਾਨੀ ਕਿ ਭਗਤ ਧੰਨਾ ਜੀ ਨੂੰ ਇਹ ਸ਼ਬਦ ਉਚਾਰਨ ਕਰਕੇ ਮਹਾਰਾਜ ਜੀ ਨੇ ਸਿਰੇ ਪਾਉ ਵਜੋਂ ਭੇਟ ਕੀਤਾ, ਉਚਾਰਿਆ ਪੰਜਵੇਂ ਪਾਤਸ਼ਾਹ ਨੇ। ਇਸ ਪਵਿੱਤਰ ਸ਼ਬਦ ਵਿੱਚ 4 ਮਹਾਂਪੁਰਸ਼ਾਂ ਭਗਤਾਂ ਦਾ ਜ਼ਿਕਰ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਨੇ ਕੀਤਾ ਹੈ। ਮਹਾਂਪੁਰਸ਼ਾਂ ਭਗਤਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰੀਏ, ਕਿਉਂਕਿ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਭਗਤ ਇਹ ਸੰਸਾਰ ਵਿੱਚ ਅਕਾਲ ਪੁਰਖ ਦਾ ਨਿਤ ਅਵਤਾਰ ਹਨ। ਭਗਤੀ ਪਦਵੀ ਬੜੀ ਉੱਚੀ ਪਦਵੀ ਹੈ। ਇੱਕ ਪੁਸਤਕ ਬੜੀ ਪੁਰਾਤਨ ਮਿਲਦੀ ਹੈ, ਪਰਚੀਆਂ ਭਗਤਾਂ ਕੀਆਂ। ਉਹਦੇ 'ਚ ਭਗਤਾਂ ਦਾ ਪ੍ਰਤਾਪ ਦੱਸਦੇ ਹਨ ਕਿ ਭਗਤ ਕਿਤਨੀ ਵੱਡੀ ਵਡਿਆਈ ਦੇ ਮਾਲਕ ਨੇ। ਉਹ ਕਹਿੰਦੇ ਇੱਕ ਵਾਰ ਨਾਰਦ ਮੁਨੀ ਜੀ ਨੂੰ ਇੱਕ ਬੜੀ ਵਿਸ਼ਾਲ ਕਾਇਆ ਵਾਲੇ ਕਿਸੇ ਵਿਅਕਤੀ ਦੇ ਮੇਲੇ ਲੱਗਾ ਵੀ ਮੇਰੇ ਤੋਂ ਵੱਡੇ ਤਾਂ ਬੜੇ ਬੜੇ ਵੱਡੇ ਪਹਾੜ ਵੀ ਨੇ। ਪਹਾੜਾਂ ਵਿੱਚੋਂ ਸਭ ਤੋਂ ਵੱਡਾ ਸੁਮੇਰ ਹੈ। ਸੁਮੇਰ ਪਰਬਤ ਕੋਲ ਗਏ ਤੇ ਸੁਮੇਰ ਪਰਬਤ ਕਹਿੰਦਾ ਜੀ ਮੇਰੇ ਨਾਲੋਂ ਵੱਡੇ ਤਾਂ ਸਮੁੰਦਰ ਦਾ ਆਕਾਰ ਹੈ, ਮੇਰੇ ਵਰਗੇ ਕਈ ਪਹਾੜ ਸਮੁੰਦਰ 'ਚ ਸਮਾ ਸਕਦੇ ਨੇ। ਨਾਰਦ ਮੁਨੀ ਜੀ ਸਮੁੰਦਰ ਦੇ ਕੰਢੇ ਆਏ ਤੇ ਸਮੁੰਦਰ ਨੂੰ ਪ੍ਰਣਾਮ ਕਰਨ ਲੱਗੇ ਤੇ ਸਮੁੰਦਰ ਦਾ ਦੇਵਤਾ ਆ ਸਕਦੇ ਨੇ, ਭਗਤਾਂ ਦੇ ਬੰਨੇ ਨੂੰ ਮੈਂ ਨਹੀਂ ਛੁਡਾ ਸਕਦਾ, ਇਸ ਕਰਕੇ ਮੇਰੇ ਤੋਂ ਵੀ ਵੱਡੇ ਮੇਰੇ ਭਗਤ ਨੇ। ਅਕਾਲ ਪੁਰਖ ਨੇ ਆਪਣੇ ਭਗਤਾਂ ਨੂੰ ਇੰਨੀ ਵੱਡੀ ਵਡਿਆਈ ਬਖਸ਼ੀ।
ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕਰਵਾਇਆ, 15 ਮਹਾਂਪੁਰਸ਼ਾਂ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਉਹਨਾਂ ਭਗਤਾਂ ਨੂੰ ਅਮਰ ਪਦਵੀ ਦਾ ਦਾਨ ਪ੍ਰਾਪਤ ਹੋਇਆ। ਕਿੰਨਾ ਵੱਡਾ ਮਾਣ, ਅਦਬ, ਸਤਿਕਾਰ ਮਹਾਂਪੁਰਸ਼ਾਂ 15 ਭਗਤਾਂ ਨੂੰ ਗੁਰੂ ਅਰਜਨ ਸਾਹਿਬ ਨੇ ਦਿੱਤਾ ਕਿ ਆਪਣੀ ਬਾਣੀ ਦੇ ਬਰਾਬਰ ਉਹਨਾਂ ਮਹਾਂਪੁਰਸ਼ਾਂ ਦੀ ਬਾਣੀ ਨੂੰ ਦਰਜ ਕੀਤਾ। ਤੋ ਭਗਤਾਂ ਦੀ ਬੜੀ ਵੱਡੀ ਭਾਰੀ ਮਹਿਮਾ ਹੈ, ਭਗਤਾਂ ਦਾ ਵੱਡਾ ਭਾਰੀ ਪ੍ਰਤਾਪ ਹੈ। ਉਹਨਾਂ ਮਹਾਂਪੁਰਸ਼ਾਂ ਭਗਤਾਂ ਦਾ ਜ਼ਿਕਰ ਪੰਜਵੇਂ ਪਾਤਸ਼ਾਹ ਨੇ ਅੱਜ ਦੇ ਪਵਿੱਤਰ ਸ਼ਬਦ ਵਿੱਚ ਕੀਤਾ। ਆਓ ਆਪਾਂ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਉਹਨਾਂ ਸਮੂਹ ਮਹਾਂਪੁਰਸ਼ਾਂ ਭਗਤਾਂ ਦੇ ਚਰਨਾਂ ਵਿੱਚ ਲੈ ਚੱਲੀਏ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਨਿਰੰਕਾਰ ਦੀ ਭਗਤੀ ਕਰਦਿਆਂ ਬਤੀਤ ਕੀਤਾ ਹੈ। ਹਾਜ਼ਰੀਆਂ ਲਵਾਉਣ ਨਿਮਿਤ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਹੱਲਾ ਪੰਜਵਾਂ। ਗੋਬਿੰਦ 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 ਸੰਗ, ਨਾਮ ਦਿਓ ਮਨ ਲੀਣਾ। ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਗਿਆ ਇਹ ਪਾਵਨ ਪਵਿੱਤਰ ਸ੍ਰੀ ਮੁਖਵਾਕ ਸ਼ਬਦ ਹੈ। ਭਗਤ ਨਾਮਦੇਵ ਜੀ ਮਹਾਰਾਜ ਮਹਾਰਾਸ਼ਟਰ ਦੇ ਇਲਾਕੇ 'ਚ ਨਰਸੀ ਨਾਮਦੇਵ ਨਾਮਕ ਨਗਰ ਹੈ। ਭਗਤ ਨਾਮਦੇਵ ਜੀ, ਜਿਨ੍ਹਾਂ ਦਾ ਉਸ ਨਗਰ ਦਾ ਪਹਿਲਾ ਨਾਮ ਨਰਸੀ ਬਾਹਮਣੀ ਸੀ। ਜਦੋਂ ਭਗਤ ਨਾਮਦੇਵ ਜੀ ਨੇ ਉੱਥੇ ਜਨਮ ਲਿਆ ਤਾਂ ਭਗਤ ਜੀ ਦੇ ਨਾਮ ਤੇ ਨਰਸੀ ਨਾਮਦੇਵ ਹੋ ਗਏ। ਛਿੰਬਿਆਂ ਦੇ ਪਰਿਵਾਰ ਵਿੱਚ ਮਹਾਰਾਜ ਭਗਤ ਨਾਮਦੇਵ ਜੀ ਦਾ ਜਨਮ ਹੋਇਆ। ਪਿਤਾ ਦਾ ਨਾਮ ਬਾਬਾ ਦਾਮ ਸੇਠ ਸੀ, ਮਾਤਾ ਦਾ ਨਾਮ ਮਾਤਾ ਗੌਣਾ ਬਾਈ ਸੀ। ਜਨਮ ਤੋਂ ਹੀ ਪਰਮੇਸ਼ਰ ਦੀ ਭਗਤੀ ਦੇ ਰੰਗ 'ਚ ਰੰਗੇ ਹੋਏ। ਮਹਾਰਾਸ਼ਟਰ ਦੇ ਬੜੇ ਵੱਡੇ ਪ੍ਰਸਿੱਧ ਮਹਾਂਪੁਰਸ਼ ਹੋਏ ਬਾਬਾ ਗਿਆਨਦੇਵ ਜੀ, ਉਹਨਾਂ ਦਾ ਨਾਮ ਸੀ। ਭਗਤ ਨਾਮਦੇਵ ਜੀ ਨੇ ਉਹਨਾਂ ਦੀ ਸੰਗਤ ਕੀਤੀ। ਗਿਆਨਦੇਵ ਜੀ ਕੋਲੋਂ ਦੀਕਸ਼ਾ ਲਈ। ਗਿਆਨਦੇਵ ਜੀ ਜੋ ਭਗਤ ਨਾਮਦੇਵ ਜੀ ਦੇ ਗੁਰੂ ਸਨ, ਇਹੋ ਜੀ ਮਹਾਨ ਉੱਚ ਪਦਵੀ ਦੇ ਮਾਲਕ ਸੀ ਕਿ ਪੂਰੇ ਮਹਾਰਾਸ਼ਟਰ ਵਿੱਚ ਉਹਨਾਂ ਦੇ ਨਾਮ ਦਾ ਡੰਕਾ ਸੀ। ਉਹਨਾਂ ਦੀ ਸੰਗਤ ਵਿੱਚ ਰਹੇ। ਸਰਗੁਣ ਤੋਂ ਨਿਰਗੁਣ ਦੀ ਭਗਤੀ ਵਾਲੇ ਪਾਸੇ ਭਗਤ ਨਾਮਦੇਵ ਜੀ ਚੱਲੇ। ਇੱਕ ਫੇਰੀ ਮਹਾਰਾਜ ਭਗਤ ਨਾਮਦੇਵ ਜੀ ਦੀ ਉਹਨਾਂ ਦਿਨਾਂ ਵਿੱਚ ਪੰਜਾਬ ਦੇ ਇਲਾਕੇ ਵਿੱਚ ਵੀ ਰਹੀ। ਭਗਤ ਜੀ ਦਾ ਪ੍ਰਤਾਪ ਇਤਨਾ ਉਜਾਗਰ ਹੋਇਆ ਮਹਾਰਾਸ਼ਟਰ ਦੇ ਇਲਾਕੇ 'ਚ ਕਿ ਬ੍ਰਾਹਮਣ ਈਰਖਾ ਕਰਨ ਲੱਗੇ। ਈਰਖਾਵਸ ਹੋ ਕੇ ਭਗਤ ਨਾਮਦੇਵ ਜੀ ਨਾਲ ਦਵੈਸ਼ ਰੱਖ ਕੇ ਇਲਾਕੇ ਦੇ ਰਾਜੇ ਨੂੰ ਸ਼ਿਕਾਇਤ ਕੀਤੀ। ਭਗਤ ਜੀ ਨੂੰ ਪਕੜ ਕੇ ਜਦੋਂ ਗ੍ਰਿਫਤਾਰ ਕੀਤਾ, ਰਾਜੇ ਨੇ ਕਈ ਦਿਨ ਤਸੀਹੇ ਦਿੱਤੇ। ਆਖਿਆ, ਤੂੰ ਬੜੀ ਬੀਠਲ ਦੀ ਬੰਦਗੀ ਕਰਦਾ ਹੈ, ਵੀ ਤੈਨੂੰ ਇਹ ਛੱਡ ਕੇ ਖੁਦਾ ਕਹਿਣਾ ਚਾਹੀਦਾ। ਭਗਤ ਨਾਮਦੇਵ ਜੀ ਮਹਾਰਾਜ ਜੀ ਦਾ ਨਿਸ਼ਚਾ ਇਤਨਾ ਪ੍ਰਪੱਕ ਸੀ ਕਿ ਆਪਣੇ ਸਵੈ ਧਰਮ 'ਚ ਕਿਵੇਂ ਪ੍ਰਪੱਕ ਰਹਿਣਾ। ਮਾਂ ਨੇ ਆ ਕੇ ਆਖਿਆ, ਬੇਟਾ ਤੂੰ ਰਾਮ ਰਾਮ ਕਹਿਣਾ ਛੱਡ ਕੇ ਖੁਦਾ ਕਹਿ ਲੈ, ਗੱਲ ਤਾਂ ਇੱਕੋ ਹੀ ਹੈ। ਚਾਹੇ ਰਾਮ ਕਹਿ ਲੋ ਚਾਹੇ ਖੁਦਾ ਕਹਿ ਲੋ, ਫਰਕ ਤਾਂ ਕੋਈ ਨਹੀਂ ਦੋਨਾਂ 'ਚ। ਭਗਤ ਜੀ ਕਹਿਣ ਲੱਗੇ, ਮਾਤਾ ਗੱਲ ਰਾਮ ਜਾਂ ਖੁਦਾ ਦੀ ਨਹੀਂ ਹੈ, ਗੱਲ ਆਪਣੇ ਅਕੀਦੇ ਤੇ ਨਿਸ਼ਚੇ ਦੀ ਹੈ।
ਇਹ ਲੋਕ ਦਵੈਸ਼ ਵਸ ਹੋ ਕੇ ਸਾਡਾ ਧਰਮ ਤਬਦੀਲ ਕਰਨਾ ਚਾਹੁੰਦੇ ਨੇ। ਮੈਂ ਆਪਣਾ ਧਰਮ ਨਹੀਂ ਛੱਡਣਾ। ਮਾਂ ਕਹਿਣ ਲੱਗੀ ਤੇਰੀ ਜਿੰਦ ਬਚ ਜਾਏਗੀ, ਤਾਂ ਮਾਂ ਨੂੰ ਹੀ ਸਪਸ਼ਟ ਲਫ਼ਜ਼ਾਂ 'ਚ ਕਹਿ ਦਿੱਤਾ, ਜਾ ਤੂੰ ਮੇਰੀ ਮਾਂ ਨਹੀਂ, ਮੈਂ ਤੇਰਾ ਪੁੱਤ ਨਹੀਂ। ਇਹੋ ਜੀ ਮਾਂ ਮੇਰੀ ਮਾਂ ਨਹੀਂ ਹੋ ਸਕਦੀ। ਨਾ ਹੋ ਤੇਰਾ ਪੂੰਗਰਾ, ਨਾ ਤੂੰ ਮੇਰੀ ਮਾਂ ਹੈ। ਜਿਹੜੀ ਮੈਨੂੰ ਮੇਰੇ ਧਰਮ ਤੋਂ ਡਲਾਵੇ ਉਹ ਕਿਵੇਂ ਮੇਰੀ ਮਾਂ ਹੋ ਸਕਦੀ। ਉਹ ਕਹਿੰਦੇ ਖੁਦਾ ਖੁਦਾ ਕਹਿ, ਤੇ ਭਗਤ ਜੀ ਕਹਿੰਦੇ ਗੰਗਾ ਤੇ ਜਮਨਾ ਪਹਾੜਾਂ ਤੋਂ ਥੱਲੇ ਉਤਰਦੀਆਂ ਨੇ, ਇਹ ਥੱਲਿਓਂ ਉੱਪਰ ਨੂੰ ਵਗ ਪੈਣ, ਪਰ ਮੈਂ ਰਾਮ ਦਾ ਨਾਮ ਛੱਡ ਕੇ ਖੁਦਾ ਖੁਦਾ ਨਹੀਂ ਕਹਿਣਾ। ਇਹ ਭਗਤ ਨਾਮਦੇਵ ਜੀ ਦਾ ਦ੍ਰਿੜ ਨਿਸ਼ਚਾ ਹੈ, ਜੋ ਸਤਿਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਰਜ ਕੀਤਾ, ਔਰ ਸਾਨੂੰ ਇਹ ਨਿਸ਼ਚਾ ਤੇ ਸਿਰਰ ਪ੍ਰਦਾਨ ਕੀਤਾ ਕਿ ਆਪਣੇ ਸਵੈ ਧਰਮ 'ਚ ਕਿਵੇਂ ਪ੍ਰਪੱਕ ਰਹੀਦਾ ਹੈ। ਇਹਨੂੰ ਸਿਰਰ ਕਹਿੰਦੇ ਆ, ਜਿਹਦੇ ਬਾਰੇ ਕਲਗੀਧਰ ਸਵਾਮੀ ਜੀ ਨੇ ਲਿਖਿਆ ਨਾ, ਸੀਸ ਦਿਆ ਪਰ ਸਿਰਰ ਨਾ ਦਿਆ। ਇਹ ਉਹ ਸਿਰਰ ਹੈ, ਉਹ ਨਿਸ਼ਚਾ। ਜੇ ਬ੍ਰਾਹਮਣਾਂ ਨੇ ਈਰਖਾ ਕਰਕੇ ਮੰਦਰ 'ਚੋਂ ਧੱਕੇ ਮਾਰ ਕੇ ਬਾਹਰ ਕੱਢਿਆ, ਤੇ ਆਪਣੇ ਭਗਤ ਦੀ ਪੈਜ ਰੱਖਣ ਵਾਸਤੇ ਪਰਮੇਸ਼ਰ ਨੇ ਮੰਦਰ ਦੇ ਦਰਵਾਜ਼ੇ ਫੇਰ ਦਿੱਤੇ। ਫੇਰ ਦਿਓ ਦੇਹਰਾ ਨਾਮੇ ਕੋ ਪੰਡੀਅਨ ਕੋ ਪਿਛਵਾਰ ਲਾ। ਆਪਣੇ ਭਗਤ ਦੀ ਪੈਜ ਰੱਖਣ ਵਾਸਤੇ ਮੰਦਰ ਦਾ ਦਿਹਰੇ ਦਾ ਦਰਵਾਜ਼ਾ ਫੇਰ ਦਿੱਤਾ। ਤੋ ਮਨ ਬਚ ਕਰਮ ਕਰਕੇ ਭਗਤ ਨਾਮਦੇਵ ਜੀ ਦਾ ਮਨ ਪਰਮੇਸ਼ਰ ਵਿੱਚ ਲੀਨ ਹੈ। ਗੁਰੂ ਅਰਜਨ ਸਾਹਿਬ ਜੀ ਇੱਥੇ ਦੱਸ ਰਹੇ ਨੇ, ਨਾਮ ਦਿਓ ਮਨ ਲੀਣਾ। ਭਗਤ ਨਾਮਦੇਵ ਜੀ ਦਾ ਮਨ ਲੀਨ ਹੈ। ਗੋਬਿੰਦ 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 ਸੰਗ। ਕਿਹਦੇ ਨਾਲ ਲੀਨ ਹੈ? ਗੋਬਿੰਦ ਅਕਾਲ ਪੁਰਖ ਪਰਮੇਸ਼ਰ ਨਾਲ। 3 ਵਾਰੀ ਗੋਬਿੰਦ 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 ਸ਼ਬਦ ਵਰਤਿਆ। ਇਹਦਾ ਮਤਲਬ ਹੈ ਵੀ ਮਨ ਕਰਕੇ, ਬਚਨ ਕਰਕੇ, ਕਰਮ ਕਰਕੇ ਭਗਤ ਨਾਮਦੇਵ ਜੀ ਦਾ ਮਨ ਪਰਮੇਸ਼ਰ ਵਿੱਚ, ਗੋਬਿੰਦ ਵਿੱਚ ਲੀਨ ਹੈ। ਮਨ ਵਚ ਕਰਮ ਕਰਕੇ ਉਹ ਲੀਨ ਨੇ। ਐਸਾ ਨਹੀਂ ਕਿ ਸਾਡੇ ਮਨ ਵਿੱਚ ਤਾਂ ਹੋਰ ਕੁਝ ਹੁੰਦਾ ਹੈ, ਬਚਨਾਂ ਵਿੱਚ ਰਚਨਾ ਸਾਡੀ ਹੋਰ ਹੈ, ਕਰਮ ਵਿੱਚ, ਪ੍ਰੈਕਟੀਕਲ ਵਿੱਚ ਸਾਡੀ ਜਿਹੜੀ ਸੰਸਾਰ ਦੀ ਕਿਰਿਆ ਵਿਵਹਾਰ ਹੈ ਉਹ ਹੋਰ ਹੈ। ਹਰ ਇੱਕ ਮਨੁੱਖ ਮਖੌਟਾ ਧਾਰੀ ਹੈ। ਬਾਹਰੋਂ ਜਿਹੋ ਜਿਹਾ ਮਖੌਟਾ ਪਾਇਆ ਹੋਇਆ, ਅੰਦਰੋਂ ਉਦਾਂ ਦਾ ਨਹੀਂ ਹੈ। ਅੰਦਰੋਂ ਕੁਝ ਹੋਰ ਬਿਰਤੀਆਂ ਚੱਲ ਰਹੀਆਂ ਨੇ, ਬਾਹਰੋਂ ਕੁਝ ਹੋਰ ਵਰਤਾਰਾ ਚੱਲ ਰਿਹਾ ਹੈ। ਜੇ ਕਿਤੇ ਮਨੁੱਖਾਂ ਦੇ ਅੰਦਰਲੇ ਭਾਵ, ਉਹਨਾਂ ਦੇ ਫੁਰਨੇ ਕਫੁਰਨੇ ਇੱਕ ਦੂਜੇ ਮਨੁੱਖ ਨੂੰ ਅੰਤਰਯਾਮਤਾ ਨਾਲ ਪਤਾ ਲੱਗਣ ਲੱਗ ਪੈਣ, ਤੇ ਸ਼ਾਇਦ ਇੱਕ ਪਰਿਵਾਰ ਵਿੱਚ ਇੱਕ ਪਰਿਵਾਰ ਨਾ ਰਹਿ ਸਕੇ। ਇੱਕ ਦੂਜੇ ਪ੍ਰਤੀ ਕਿਤਨੀ ਨਫ਼ਰਤ ਤੇ ਦਵੈਸ਼ ਦੀ ਬਿਰਤੀ ਜੀਵਾਂ ਦੇ ਹਿਰਦਿਆਂ 'ਚ ਭਰੀ ਹੋਈ ਹੈ। ਇਹ ਇੱਕ ਘਰ ਵਿੱਚ, ਇੱਕ ਨਗਰ ਵਿੱਚ, ਇੱਕ ਸ਼ਹਿਰ ਵਿੱਚ, ਇੱਕ ਦੇਸ਼ ਵਿੱਚ ਸ਼ਾਇਦ ਨਾ ਰਹਿਣ। ਇਹ ਅਕਾਲ ਪੁਰਖ ਦੀ ਬੜੀ ਵੱਡੀ ਨਿਆਮਤ ਹੈ ਕਿ ਇੱਕ ਮਨੁੱਖ ਦੇ ਅੰਦਰ ਦੀ ਦੂਜਾ ਮਨੁੱਖ ਨਹੀਂ ਜਾਣਦਾ। ਜੇ ਕਿਤੇ ਜਾਣਨ ਲੱਗ ਪਵੇ, ਸਭ ਕੁਝ ਸਮਾਪਤ ਹੋ ਜਾਏ। ਕਿਉਂਕਿ ਸਾਡਿਆਂ ਮਨਾਂ ਤੇ ਦਿਲਾਂ ਵਿੱਚ ਜੋ ਹੈ ਉਹ ਸਾਡੀ ਰਸਨਾ ਤੇ ਨਹੀਂ ਹੈ, ਔਰ ਜੋ ਅਸੀਂ ਆਪਣੀ ਜ਼ੁਬਾਨ ਤੋਂ ਕਹਿੰਦੇ ਆ ਉਹ ਸਾਡਾ ਪ੍ਰੈਕਟੀਕਲੀ ਜੀਵਨ ਨਹੀਂ ਹੈ। ਅਸੀਂ ਜਿੰਨਾ ਮਰਜ਼ੀ ਕਹੀਏ ਸੱਚ ਬੋਲਣਾ ਚਾਹੀਦਾ, ਅਸੀਂ ਸਭ ਨੂੰ ਕਹਿੰਦੇ ਆ ਭਾਈ ਝੂਠ ਨਹੀਂ ਬੋਲਣਾ ਚਾਹੀਦਾ, ਪਰ ਆਪ ਝੂਠ ਦੀਆਂ ਪੰਡਾਂ ਬੰਨ੍ਹ ਕੇ ਮੋਢਿਆਂ ਤੇ ਧਰੀਆਂ ਹੁੰਦੀਆਂ। ਲੋਕਾਂ ਨੂੰ ਕਹੀਦਾ ਨਿੰਦਾ ਨਹੀਂ ਕਰਨੀ ਚਾਹੀਦੀ, ਨਿੰਦਾ ਕਰਨਾ ਬੜਾ ਵੱਡਾ ਪਾਪ ਹੈ, ਗੁਨਾਹ ਹੈ। ਆਪ ਉਸ ਨਿੰਦਾ ਦੀਆਂ ਵੱਡੀਆਂ ਵੱਡੀਆਂ ਪੰਡਾਂ ਸਿਰ ਤੇ ਚੁੱਕੀਆਂ ਹੁੰਦੀਆਂ। ਜੋ ਕਹਿ ਰਹੇ ਆ ਉਹ ਅਸੀਂ ਹਾਂ ਨਹੀਂ ਹਾਂ। ਸਾਡੇ ਮਨ, ਬਚ, ਕਰਮ ਤਿੰਨਾਂ 'ਚ ਹੀ ਫਰਕ ਹੈ। ਭਗਤਾਂ ਦੇ ਮਨ ਵਿੱਚ ਜੋ ਹੈ ਉਹ ਉਹਨਾਂ ਦੇ ਬਚਨਾਂ ਤੇ ਵੀ ਹੈ, ਔਰ ਜੋ ਆਪਣੇ ਮੁਖ ਤੋਂ ਕਹਿੰਦੇ ਨੇ ਉਹੀ ਉਹਨਾਂ ਦਾ ਪ੍ਰੈਕਟੀਕਲ ਹੈ। ਉਹਨੂੰ ਕਹਿੰਦੇ ਨੇ ਕਰਮ। ਮਨ, ਬਚ, ਕਰਮ 3 ਚੀਜ਼ਾਂ ਨੇ। ਤੁਸੀਂ
ਇਤਿਹਾਸ ਸੁਣਦੇ ਹੋ ਕਿ ਗੁਰੂ ਬਾਬਾ ਜੀ ਨੇ ਜਦੋਂ ਗੁਰੂ ਅੰਗਦ ਦੇਵ ਸਾਹਿਬ ਨੂੰ ਗੁਰਿਆਈ ਦਿੱਤੀ 3 ਪ੍ਰਕਰਮਾਂ ਕੀਤੀਆਂ। 3 ਪ੍ਰਕਰਮਾਂ ਹੀ ਕੀਤੀਆਂ ਨਾ, ਇਹੀ ਜੇਕਰ ਆਉਂਦਾ ਨਾ 4 ਕਿਉਂ ਨਹੀਂ ਕੀਤੀਆਂ, 5 ਕਿਉਂ ਨਹੀਂ ਕੀਤੀਆਂ, 3 ਹੀ ਕਿਉਂ ਕੀਤੀਆਂ। ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਸਾਹਿਬ ਨੂੰ ਜਦੋਂ ਗੁਰਿਆਈ ਦਿੰਦੇ ਨੇ ਉਹਨਾਂ ਨੇ ਵੀ 3 ਪ੍ਰਕਰਮਾਂ ਕੀਤੀਆਂ। ਕਲਗੀਧਰ ਜੀ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦਿੱਤੀ ਤੇ ਕਲਗੀਧਰ ਜੀ ਨੇ ਵੀ 3 ਹੀ ਪ੍ਰਕਰਮਾਂ ਕੀਤੀਆਂ। 3 ਹੀ ਕਿਉਂ ਕੀਤੀਆਂ, ਚੌਥੀ ਪੰਜਵੀਂ ਪ੍ਰਕਰਮਾ ਕਿਉਂ ਨਹੀਂ ਕੀਤੀ। ਆ ਹੁਣ ਕਥਾ ਤੋਂ ਬਾਅਦ ਅਰਦਾਸ ਹੋਵੇਗੀ, ਅਰਦਾਸ ਵਿੱਚ 3 ਵਾਰੀ ਕਿਉਂ ਕਿਹਾ ਹੈ ਵਾਹਿਗੁਰੂ 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 ਨਾਮ ਚਿਤ ਆਵੇ, 5 ਵਾਰੀ ਕਿਉਂ ਨਹੀਂ ਕਿਹਾ, 4 ਵਾਰੀ ਕਿਉਂ ਨਹੀਂ ਕਿਹਾ। 3 ਵਾਰੀ ਦਾ ਮਤਲਬ ਵੀ ਇਹ ਹੈ, ਜਦੋਂ ਪਾਤਸ਼ਾਹ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਉੱਥੇ 3 ਵਾਰੀ ਕਹਿੰਦੇ ਆ ਸਿਮਰੋ ਸਿਮਰੋ ਸਿਮਰੋ। 3 ਵਾਰੀ ਦਾ ਮਤਲਬ ਇਹੀ ਹੈ ਕਿ ਮਨ ਬਚ ਕਰਮ ਕਰਕੇ। ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਗੁਰਿਆਈ ਦੇ ਦਿੱਤੀ, ਮਨ ਵਿੱਚ ਵੀ ਹੈ, ਬਚਨਾਂ ਵਿੱਚ ਵੀ ਹੈ, ਕਰਮ ਵਿੱਚ ਵੀ ਹੈ। ਅਸੀਂ ਕਿਸੇ ਸੰਸਾਰ ਦੇ ਕਿਸੇ ਵਿਅਕਤੀ ਨੂੰ ਕੋਈ ਪਦਵੀ ਦੇਣੀ ਹੋਵੇ, ਮਨ ਨਹੀਂ ਚਾਹੁੰਦਾ ਵੀ ਇਹਨੂੰ ਇਹ ਪਦਵੀ ਦੇਈਏ, ਪਰ ਸਮਾਜ ਦੇ ਲੋਕਾਂ ਦੀ ਨਜ਼ਰੀਏ ਵਿੱਚ ਰੱਖਣ ਵਾਸਤੇ ਰਾਜਨੀਤਿਕ ਲੋਕ ਕਹਿੰਦੇ ਚਲੋ ਦੇ ਛੱਡੋ ਇੱਕ ਅੱਧਾ ਉਹਦਾ, ਪਰ ਉਹਨਾਂ ਦਾ ਮਨ ਨਹੀਂ ਰਾਜੀ ਹੁੰਦਾ। ਤੇ ਜੇ ਦੇ ਦੇਣ ਪਦਵੀ ਤੇ ਕਰਮ ਦੇ ਵਿੱਚ ਫਿਰ ਉਹਦੇ ਨਾਲ ਨਹੀਂ ਚੱਲਦੇ, ਉਹਨੂੰ ਕਿਸੇ ਨਾ ਕਿਸੇ ਟੇਢੇ ਤਰੀਕੇ ਨਾਲ ਇਹੋ ਜਿਹੇ ਤਰੀਕੇ ਨਾਲ ਉਲਝਾਉਣਾ ਚਾਹਣਗੇ ਵੀ ਇਹਦੀ ਪਦਵੀ ਖੁੱਸ ਜੇ, ਇਹਦੇ ਕੋਲੋਂ ਜਾਂਦੀ ਰਹੇ, ਕਿਉਂਕਿ ਕਰਮ ਵਿੱਚ ਉਹ ਨਹੀਂ ਹੈ। ਗੁਰੂ ਨਾਨਕ ਸਾਹਿਬ ਜੇ ਗੁਰਿਆਈ ਦੇ ਰਹੇ ਨੇ ਗੁਰੂ ਅੰਗਦ ਸਾਹਿਬ ਨੂੰ, ਮਨ ਵਿੱਚ ਵੀ ਹੈ ਤੇ ਬਚਨਾਂ ਵਿੱਚ ਵੀ ਹੈ ਤੇ ਕਰਮ ਵਿੱਚ ਵੀ ਹੈ। ਇਸ ਕਰਕੇ 3 ਪ੍ਰਕਰਮਾਂ ਕੀਤੀਆਂ ਨੇ। ਭਗਤ ਨਾਮਦੇਵ ਜੀ ਮਨ ਕਰਕੇ ਇੱਥੇ 3 ਵਾਰੀ ਸ਼ਬਦ ਵਰਤਿਆ, ਗੋਬਿੰਦ 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 ਸੰਗ, ਕਿ ਉਸ ਗੋਬਿੰਦ ਅਕਾਲ ਪੁਰਖ ਪਰਮੇਸ਼ਰ ਨਾਲ ਮਨ ਕਰਕੇ ਬਚਨ ਕਰਕੇ ਕਰਮ ਕਰਕੇ ਭਗਤ ਨਾਮਦੇਵ ਜੀ ਦਾ ਮਨ ਲੀਨ ਹੈ। ਆੜ ਦਾਮ ਕੋ ਸ਼ੀਪਰੋ ਹੋਇਓ ਲਖੀਣਾ। ਕਹਿੰਦੇ ਛਿੰਬਿਆਂ ਦੇ ਘਰੇ ਜਨਮੇ, ਅੱਧੀ ਦਮੜੀ ਜਿਨ੍ਹਾਂ ਦਾ ਮੁੱਲ ਨਹੀਂ ਸੀ। ਆੜ ਦਾਮ ਛਿੰਬਾ ਛਿੰਬਾ ਕਹਿ ਕੇ ਲੋਕ ਉਠਾ ਦਿੰਦੇ ਸੀ, ਚਲੋ ਸਾਡੇ ਵਿੱਚ ਕਿੱਥੇ ਬੈਠਾ। ਅੱਧੀ ਦਮੜੀ ਜਿਨ੍ਹਾਂ ਦਾ ਮੁੱਲ ਨਹੀਂ ਸੀ, ਆੜ ਦਾਮ। ਉਹ ਛੀਪਰੋ ਦਾ ਮਤਲਬ ਹੁੰਦਾ ਛਿੰਬੇ। ਭਗਤ ਨਾਮਦੇਵ ਜੀ ਮਹਾਰਾਜ ਪਰਮੇਸ਼ਰ ਦੀ ਭਗਤੀ ਦਾ ਪ੍ਰਤਾਪ ਕੈਸਾ ਹੈ ਕਿ ਨਿਰੰਕਾਰ ਦੀ ਭਗਤੀ ਕਰਕੇ ਅੱਧੀ ਦਮੜੀ ਜਿਸ ਛਿੰਬੇ ਦਾ ਮੁੱਲ ਨਹੀਂ ਸੀ, ਉਹ ਲੱਖਾਂ ਦਾ ਹੋ ਗਿਆ। ਹੋਇਓ ਲਖੀਣਾ। ਇਹੀ ਗੁਰੂ ਨਾਨਕ ਸਾਹਿਬ ਜੀ ਨੂੰ ਪੀਰ ਨੇ ਪੁੱਛਿਆ ਸੀ, ਪੀਰ ਦਸਤਗੀਰ ਨੇ, ਕਹਿੰਦਾ ਖੁਦਾ ਕੀ ਕਰਦਾ ਹੈ? ਤਾਂ ਗੁਰੂ ਬਾਬਾ ਜੀ ਨੇ ਆਖਿਆ, ਪੀਰ ਜੀ ਜਿਹਦੇ ਕੋਲੋਂ ਸਵਾਲ ਕਰੀਏ ਉਹਨੂੰ ਵੱਡਾ ਮੰਨੀਦਾ ਨਾ। ਕਹਿੰਦਾ ਜੀ ਹਾਂ। ਤੇ ਫਿਰ ਉਹਨੂੰ ਉੱਚੇ ਥਾਂ ਤੇ ਬਿਠਾਈਦਾ। ਕਹਿੰਦਾ ਜੀ ਹਾਂ ਬੈਠੋ ਆਪ ਜੀ। ਆਪ ਇਹ ਥੱਲੇ ਬਹਿ ਗਿਆ। ਸਤਿਗੁਰੂ ਜੀ ਨੂੰ ਉੱਤੇ ਬਿਠਾ ਕੇ ਫਿਰ ਕਹਿੰਦਾ, ਹਾਂ ਜੀ ਦੱਸੋ ਖੁਦਾ ਕੀ ਕਰਦਾ? ਸਤਿਗੁਰੂ ਜੀ ਕਹਿਣ ਲੱਗੇ, ਪੀਰ ਜੀ ਖੁਦਾ ਇਹੀ ਕੁਝ ਕਰਦਾ ਜੋ ਇਸ ਵੇਲੇ ਹੋਇਆ। ਕਹਿਣ ਲੱਗਾ ਜੀ ਸਮਝ ਨਹੀਂ ਆਈ। ਮਹਾਰਾਜ ਜੀ ਕਹਿੰਦੇ, ਪੀਰ ਜੀ ਇਸ ਖੇਡ ਨੂੰ ਸਮਝਣ ਲਈ ਸੁਰਤ ਬੜੀ ਸੂਖਸ਼ਮ ਕਰਨੀ ਪੈਂਦੀ ਹੈ, ਤਾਂ ਸਮਝ ਆਉਂਦੀ। ਮਹਾਰਾਜ ਜੀ ਕਿਰਪਾ ਕਰਕੇ ਦੱਸੋ। ਕਹਿਣ ਲੱਗੇ, ਖੁਦਾ ਇਹੀ ਕਰਦਾ, ਨੀਵਿਆਂ ਨੂੰ ਉੱਚੇ ਤੇ ਉੱਚਿਆਂ ਨੂੰ ਨੀਵੇਂ ਕਰਦਾ। ਜਿਹੜੇ ਆਕਾਸ਼ ਵਿੱਚ ਨਹੀਂ ਮੇਮਦੇ, ਕਹਿੰਦੇ ਸਾਡੇ ਵਰਗਾ ਕੌਣ ਉਹਨਾਂ ਨੂੰ ਥੱਲੇ ਧਰਤੀ ਤੇ ਸੁੱਟਦਿਆਂ ਦੇਰੀ ਨਹੀਂ ਲਾਉਂਦਾ। ਜਿਹੜੇ ਧਰਤੀ ਤੇ ਪਏ ਨੇ ਉਹਨਾਂ ਨੂੰ ਉੱਚੇ ਚੁੱਕਦਿਆਂ ਦੇਰੀ ਨਹੀਂ ਲਾਉਂਦਾ। ਪਰਮੇਸ਼ਰ ਦੀ ਭਗਤੀ ਦਾ ਪ੍ਰਤਾਪ ਹੀ ਐਸਾ ਹੈ। ਕੋਏ ਨਾ ਜਾਣੈ ਕੋਏ ਨਾ ਮਾਨੈ ਸੇ ਪ੍ਰਗਟ
ਹਰ ਦੁਆਰੇ, ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ ਸੀ, ਮੰਨਦਾ ਨਹੀਂ ਸੀ, ਹਰੀ ਦੇ ਦੁਆਰ ਤੇ ਭਗਤੀ ਕਰਨ ਲੱਗੇ ਤੇ ਪੂਰੇ ਸੰਸਾਰ 'ਚ ਪ੍ਰਗਟ ਹੋ ਗਏ। ਉਹ ਗੁਜਰਾਤ ਦੇ ਇਲਾਕੇ 'ਚ ਸਮੁੰਦਰ ਦੇ ਵਿੱਚ ਇੱਕ ਨਗਰੀ ਹੈ ਦਵਾਰਕਾ, ਬੇਟ ਦਵਾਰਕਾ। ਛੋਟਾ ਜਿਹਾ ਇੱਕ ਘਰ ਹੈ। ਉਸ ਘਰ ਦੇ ਵਿੱਚ ਜਨਮੇ ਪੰਜਾਂ ਪਿਆਰਿਆਂ ਚੋਂ ਇੱਕ ਪਿਆਰੇ ਭਾਈ ਮੋਹਕਮ ਸਿੰਘ ਜੀ। ਕਿਹਨੇ ਜਾਣਨਾ ਸੀ ਉੱਥੇ? ਹਾਲਾਂਕਿ ਕਈਆਂ ਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਵੀ ਉਹ ਨਗਰ ਕਿੱਥੇ ਹੈ। ਬਹੁਤਿਆਂ ਨੇ ਦਰਸ਼ਨ ਨਹੀਂ ਕੀਤੇ ਹੋਣੇ, ਪਰ ਪਿਆਰੇ ਭਾਈ ਮੋਹਕਮ ਸਿੰਘ ਨੂੰ ਪੂਰਾ ਪੰਥ ਜਾਣ ਕੇ ਅਰਦਾਸ ਵਿੱਚ ਪੰਜਾਂ ਪਿਆਰਿਆਂ ਦੇ ਵਿੱਚ ਜਦੋਂ ਸਿਮਰਦਾ ਹੈ, ਨਮਸਕਾਰ ਕਰਦੇ ਨੇ, ਤਾਂ ਇਹ ਪ੍ਰਤਾਪ ਉਹਨਾਂ ਦੀ ਭਗਤੀ ਦਾ ਹੈ ਜੋ ਉਹਨਾਂ ਨੇ ਕਲਗੀਧਰ ਦੇ ਚਰਨਾਂ 'ਚ ਆਪਣਾ ਸੀਸ ਅਰਪਣ ਕੀਤਾ। ਉਹ ਪ੍ਰਗਟ ਹੋ ਗਏ, ਪ੍ਰਤਾਪ ਉਹਨਾਂ ਦਾ ਉਜਾਗਰ ਹੋ ਗਿਆ। ਇਹ ਨਿਰੰਕਾਰ ਦੀ ਭਗਤੀ ਦਾ ਪ੍ਰਤਾਪ ਹੈ। ਉਹਦੀ ਭਗਤੀ ਪ੍ਰਗਟ ਕਰ ਦਿੰਦੀ। ਜਿੰਨਾ ਕੋਈ ਛੁਪਣਾ ਚਾਹੇ, ਜਿੰਨਾ ਕੋਈ ਲੁਕਣਾ ਚਾਹੇ, ਉਹਦੀ ਭਗਤੀ ਕਰਦਿਆਂ ਕਰਦਿਆਂ ਕਿ ਮੈਂ ਲੁਕਿਆ ਰਹਾਂ, ਛਿਪਿਆ ਰਹਾਂ, ਪਰ ਉਹਦੀ ਭਗਤੀ ਹੈ ਹੀ ਐਸੀ ਪ੍ਰਤਾਪ ਵਾਲੀ, ਕੋਈ ਜਿੰਨਾ ਲੁਕਣਾ ਚਾਹੁੰਦਾ ਓਨਾ ਹੀ ਪ੍ਰਗਟ ਹੁੰਦਾ ਚਲਿਆ ਜਾਂਦਾ। ਇਹੀ ਤਾਂ ਗੁਰੂ ਨਾਨਕ ਸਾਹਿਬ ਦੇ ਘਰ ਦੀ ਵਡਿਆਈ। ਇੱਥੇ ਜਿਤਨਾ ਕੋਈ ਨਿਭ ਜਾਂਦਾ ਹੈ ਓਨਾ ਹੀ ਉੱਚਾ ਹੋ ਜਾਂਦਾ ਹੈ। ਝਰਨਾ ਜ਼ਮੀਨ ਤੇ ਜਿੰਨਾ ਨੀਵਾਂ ਡਿੱਗਦਾ ਓਨਾ ਹੀ ਉੱਚਾ ਸਿਖਰ ਤੇ ਨਜ਼ਰ ਆਉਂਦਾ। ਜਿੰਨਾ ਨੀਵਾਂ ਡਿੱਗੇਗਾ ਓਨਾ ਹੀ ਉੱਚਾ ਹੋਏਗਾ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਜਿਤਨਾ ਕੋਈ ਨਿਮਰਤਾ ਤੇ ਹਲੀਮੀ ਸਹਿਤ ਝੁਕ ਕੇ ਆਵੇਗਾ, ਉਤਨਾ ਹੀ ਵੱਡਾ ਤੇ ਉੱਚਾ ਹੋ ਜਾਏਗਾ। ਇਹ ਸਤਿਗੁਰਾਂ ਦੇ ਘਰ ਦਾ ਪ੍ਰਤਾਪ ਹੈ, ਪਰਮੇਸ਼ਰ ਦੀ ਭਗਤੀ ਦਾ ਪ੍ਰਤਾਪ ਹੈ ਕਿ ਅੱਧੀ ਦਮੜੀ ਜਿਸ ਨਾਮਦੇਵ ਦਾ ਮੁੱਲ ਨਹੀਂ ਸੀ, ਹੋਇਓ ਲੱਖੀਣਾ, ਉਹ ਲੱਖਾਂ ਦੇ ਹੋ ਗਏ। ਜਦੋਂ ਅਸੀਂ ਆਪਣੇ ਅੰਦਰ ਝਾਤੀ ਮਾਰੀਏ ਤਾਂ ਭਾਈ ਗੁਰਦਾਸ ਜੀ ਦੀਆਂ ਇਹ ਪੰਕਤੀਆਂ ਚੇਤੇ ਆਉਂਦੀਆਂ। ਮਹਾਰਾਜ, ਜਦੋਂ ਮੈਂ ਆਪਣੇ ਅੰਦਰ ਝਾਤੀ ਮਾਰ ਕੇ ਆਪਣੀ ਕਰਨੀ ਵੇਖਦਾ ਤੇ ਆਪਣੀ ਕਰਨੀ ਕਰਕੇ ਤਾਂ ਮੈਨੂੰ ਨਰਕ ਵਿੱਚ ਵੀ ਥਾਂ ਨਾ ਮਿਲੇ। ਜਿਹੋ ਜੀ ਮੇਰੀ ਕਰਨੀ ਹੈ ਮਹਾਰਾਜ, ਮੈਨੂੰ ਨਰਕ ਵਿੱਚ ਵੀ ਥਾਂ ਨਾ ਮਿਲੇ। ਪਰ ਹੇ ਪ੍ਰਭੂ, ਜਦੋਂ ਮੈਂ ਤੁਹਾਡੇ ਵੱਲ ਵੇਖਦਾ ਤੇ ਤੁਹਾਡੇ ਵੱਲ ਵੇਖ ਕੇ ਸਮਝਦਾ ਤੁਸੀਂ ਪਤਿਤ ਪਾਵਨ ਉਤੇ ਬਖਸ਼ੰਦ ਹਰੀ, ਫਿਰ ਆਸ ਬਣ ਜਾਂਦੀ ਹੈ। ਆਪਣੇ ਅੰਦਰ ਝਾਤੀ ਮਾਰੀਏ ਵੀ ਸਾਡੀ ਦਸ਼ਾ ਕੀ ਹੈ। ਹਜ਼ਾਰਾਂ ਧਰਮਾਂ ਨੂੰ ਛੱਡ ਕੇ ਸਾਨੂੰ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਦੇ ਘਰ 'ਚ ਜਨਮ ਪ੍ਰਾਪਤ ਹੋਇਆ। ਇਹਦੇ ਤੋਂ ਵੱਡਮੁੱਲੀ ਦਾਤ ਸੰਸਾਰ ਵਿੱਚ ਹੋਰ ਕੋਈ ਨਹੀਂ। ਹੋਰ ਕਿਰਪਾ ਵਰਤ ਗਈ ਜਦੋਂ ਖੰਡੇ ਦੀ ਪੌਲ ਪ੍ਰਾਪਤ ਹੋ ਗਈ, ਫਿਰ ਤਾਂ ਭਾਗ ਹੀ ਸਵੱਲੇ ਹੋ ਗਏ, ਭਾਗ ਹੀ ਜਾਗ ਪਏ। ਅੱਧੀ ਦਮੜੀ ਦਾ ਮੁੱਲ ਨਹੀਂ ਸੀ, ਲੱਖਾਂ ਦੇ ਹੋ ਗਏ। ਭਗਤ ਨਾਮਦੇਵ ਜੀ ਮਹਾਰਾਜ, ਇਹ ਪਰਮੇਸ਼ਰ ਦੀ ਭਗਤੀ ਦਾ ਪ੍ਰਤਾਪ ਹੈ। ਬੁਨਨਾ ਤਨਨਾ ਤਿਆਗ ਕੈ, ਪ੍ਰੀਤ ਚਰਨ ਕਬੀਰਾ। ਕਬੀਰ ਜੀ ਮਹਾਰਾਜ ਹੁਣ ਦੂਸਰੇ ਮਹਾਂਪੁਰਸ਼ ਭਗਤ ਦਾ ਜ਼ਿਕਰ ਕਰਦੇ। ਕਬੀਰ ਜੀ ਕਾਸ਼ੀ ਦੇ ਗੰਗਾ ਦੇ ਕਿਨਾਰੇ ਭਗਤ ਕਬੀਰ ਜੀ ਮਿਲੇ। ਨੀਰੂ ਨਾਮ ਦੇ ਜੁਲਾਹੇ ਨੂੰ ਉਹਨਾਂ ਦੇ ਘਰ 'ਚ ਪਰਵਰਿਸ਼ ਹੋਈ। ਕਬੀਰ ਜੀ ਮਹਾਰਾਜ ਜੀ ਦਾ ਜਨਮ ਕਿਸ ਪਰਿਵਾਰ ਵਿੱਚ ਹੋਇਆ, ਕਿੱਥੇ ਹੋਇਆ, ਇਹਦਾ ਕੋਈ ਵੇਰਵਾ ਨਹੀਂ ਮਿਲਦਾ। ਕੇਵਲ ਗੰਗਾ ਕਿਨਾਰੇ ਪ੍ਰਗਟ ਹੋਏ ਤੇ ਨੀਰੂ ਨਾਮ ਦੇ ਜੁਲਾਹੇ ਨੇ ਉਹਨਾਂ ਦੀ ਪਾਲਣਾ ਕੀਤੀ। ਬ੍ਰਾਹਮਣਾਂ ਨੇ ਆਖਿਆ ਜੀ ਉਹ ਤਾਂ ਬ੍ਰਾਹਮਣਾਂ ਦੇ ਘਰੇ ਜਨਮੇ ਸੀ,
ਕਿਸੇ ਨੇ ਆਖਿਆ ਜੀ ਉਹ ਤਾਂ ਸਾਡੇ ਵਰਨ 'ਚ ਜਨਮੇ ਸੀ, ਪਰ ਕਬੀਰ ਜੀ ਮਹਾਰਾਜ ਜੀ ਵੱਡੇ ਹੋਏ ਤੇ ਉਹਨਾਂ ਨੇ ਆਖਿਆ ਭਾਈ ਨਾ ਮੈਂ ਬ੍ਰਾਹਮਣਾਂ ਦੇ ਘਰ ਜਨਮਿਆ ਨਾ ਕਿਸੇ ਹੋਰ ਵਰਨ ਵਿੱਚ, ਮੈਂ ਬ੍ਰਹਮ ਦੀ ਅੰਸ਼ ਹਾਂ, ਰਾਮ ਦੀ ਅੰਸ਼ ਹਾਂ। ਬ੍ਰਾਹਮਣਾਂ ਨਾਲ ਤਾਂ ਕਬੀਰ ਜੀ ਦੀ ਚਰਚਾ ਹੁੰਦੀ ਰਹੀ। ਜਿਹੜੇ ਕਬੀਰ ਪੰਥੀ ਨੇ ਉਹਨਾਂ ਦੇ ਵਿੱਚੋਂ, ਕਬੀਰ ਪੰਥੀਆਂ ਵਿੱਚੋਂ ਜਿਤਨੀਆਂ ਉਹਨਾਂ ਦੀਆਂ ਅੱਗੋਂ ਸ਼ਾਖਾਵਾਂ ਨੇ, ਉਹ ਮਹਾਂਪੁਰਸ਼ ਇਹ ਕਹਿੰਦੇ ਆ ਕਿ ਕਬੀਰ ਜੀ ਦਾ ਜਨਮ ਨਹੀਂ ਹੋਇਆ, ਬਸ ਪ੍ਰਗਟ ਹੀ ਹੋਏ। ਉਹਨਾਂ ਦੀ ਇਹ ਧਾਰਨਾ, ਇਹ ਉਹਨਾਂ ਦੀ ਮਾਨਿਅਤਾ ਹੈ। ਕਬੀਰ ਜੀ ਦਾ ਜ਼ਿਕਰ ਇੱਥੇ ਕਰਦੇ, ਬੁਨਨਾ ਤਨਨਾ ਤਿਆਗ ਕਹਿ। ਕਬੀਰ ਜੀ ਜੁਲਾਹੇ ਸੀ, ਜੁਲਾਹਿਆਂ ਦਾ ਕੰਮ ਹੁੰਦਾ ਕੱਪੜਾ ਬੁਣਨਾ ਤਣਨਾ। ਤੂੰ ਕਹਿੰਦੇ ਬੁਣਨ ਤਨਨ ਨੂੰ ਤਿਆਗ ਕੇ ਛੱਡ ਕੇ ਕਬੀਰ ਜੀ ਦਾ ਮਨ ਪਰਮੇਸ਼ਰ ਦੀ ਪ੍ਰੀਤ ਵਿੱਚ ਲੱਗ ਗਿਆ। ਪ੍ਰੀਤ ਚਰਨ ਕਬੀਰਾ, ਕਬੀਰ ਜੀ ਦੇ ਮਨ 'ਚ ਪ੍ਰਭੂ ਦੇ ਚਰਨਾਂ ਦੀ ਪ੍ਰੀਤ ਬਣ ਗਈ। ਅਕਾਲ ਪੁਰਖ ਦੀ ਪ੍ਰੀਤ ਵਿੱਚ ਸੁਤੇ ਸਿੱਧੀ ਬੁਨਨਾ ਤਨਨਾ ਤਿਆਗਿਆ ਗਿਆ, ਜਾਣ ਬੁੱਝ ਕੇ ਨਹੀਂ ਛੱਡਿਆ। ਸੁਭਾਵਕ ਹੀ ਉਹਦੇ ਪ੍ਰੇਮ 'ਚ ਛੁੱਟ ਗਿਆ। ਜਿਹੜਾ ਉਸ ਪਰਮੇਸ਼ਰ ਦੇ ਪ੍ਰੇਮ 'ਚ ਛੁੱਟ ਜਾਂਦਾ ਨਾ, ਸੁੱਤੇ ਸਿੱਧ ਛੁੱਟ ਜਾਂਦਾ, ਤਿਆਗ ਉਸੇ ਨੂੰ ਕਹਿੰਦੇ ਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹੜੀ ਚੀਜ਼ ਅਸੀਂ ਆਪਣੇ ਹੱਥ ਨਾਲ ਤਿਆਗੀਏ, ਮਨ 'ਚੋਂ ਨਾ ਤਿਆਗੀਏ, ਉਹ ਤਿਆਗੀ ਨਹੀਂ ਹੁੰਦੀ। ਹਾਂ, ਕਿਤੇ ਨਾ ਕਿਤੇ ਉਹਦਾ ਲਾਭ ਤਾਂ ਹੁੰਦਾ। ਕੋਈ ਚੀਜ਼ ਅਸੀਂ ਤਨ ਕਰਕੇ ਵੀ ਤਿਆਗੀ, ਉਹਦਾ ਲਾਭ ਹੈ ਕਿਤੇ ਨਾ ਕਿਤੇ, ਪਰ ਉਹ ਤਿਆਗ ਨਹੀਂ ਹੈ। ਸ਼ੱਕਰ ਦਾ ਰੋਗ ਹੈ ਜਿਨ੍ਹਾਂ ਲੋਕਾਂ ਨੂੰ, ਜੋ ਹੱਠ ਕਰਕੇ ਦਿਲ ਕਰਦਾ ਮਿੱਠਾ ਖਾਣ ਨੂੰ ਨਹੀਂ ਖਾਂਦੇ, ਤਿਆਗ ਕੇ ਰੱਖਦੇ, ਉਹਨਾਂ ਨੂੰ ਲਾਭ ਤਾਂ ਹੈ ਵੀ ਮਿੱਠਾ ਨਹੀਂ ਖਾਣਾ, ਜੇ ਖਾਧਾ ਤੇ ਸ਼ੂਗਰ ਵਧੇਗੀ, ਪਰ ਉਹ ਤਿਆਗ ਨਹੀਂ ਹੈ, ਕਿਉਂਕਿ ਮਨ 'ਚ ਇੱਛਾ ਹੈ ਖਾਣ ਦੀ, ਪਰ ਲਾਭ ਤਾਂ ਹੈ ਨਾ। ਬਹੁਤ ਕੁਝ ਅਸੀਂ ਸਰੀਰ ਕਰਕੇ ਤਿਆਗਿਆ ਹੋਇਆ, ਜਿਹਦਾ ਲਾਭ ਤਾਂ ਹੈ, ਪਰ ਉਹਦਾ ਤਿਆਗ, ਉਹਨੂੰ ਤਿਆਗ ਨਹੀਂ ਕਿਹਾ ਜਾ ਸਕਦਾ, ਪਰ ਉਹਦਾ ਲਾਭ ਹੈ। ਯਾਨੀ ਕਿ ਤਿਆਗਣਾ ਤਾਂ ਚਾਹੀਦਾ ਨਾ, ਹੱਠ ਕਰਕੇ ਵੀ ਤਿਆਗੋ। ਬਹੁਤ ਕੁਝ ਐਸਾ ਜਿਹੜਾ ਹੱਠ ਕਰਕੇ ਤਿਆਗਣਾ ਪੈਂਦਾ ਹੈ। ਇੱਕ ਪ੍ਰਭੂ ਦੀ ਪ੍ਰੀਤ ਵਿੱਚ ਸੁਤੇ ਸਿੱਧ ਤਿਆਗ ਹੋ ਜਾਏ, ਉਹਦੇ ਨਾਲ ਪ੍ਰੇਮ ਕਰਦਿਆਂ, ਅਕਾਲ ਪੁਰਖ ਨਾਲ ਪ੍ਰੀਤ ਕਰਦਿਆਂ ਸੁਤੇ ਸਿੱਧ ਹੀ ਜੋ ਤਿਆਗ ਹੋ ਜਾਵੇ, ਉਹ ਅਸਲ ਤਿਆਗ ਹੈ। ਸੁਤੇ ਸਿੱਧ ਛੁੱਟ ਜਾਏ, ਉਹਦੀ ਪ੍ਰੀਤ ਦੇ ਪ੍ਰੇਮ ਦੇ ਰੰਗ ਵਿੱਚ ਰੰਗੇ ਹੋਏ ਜਿਉਂ ਟੁਰੇ, ਮਨ 'ਚ ਸੱਜੇ ਖੱਬੇ ਦੀ ਕਿਤੇ ਕੋਈ ਕਾਂਖਾ ਨਹੀਂ, ਸਿੱਧਾ ਨਿਰੰਕਾਰ ਦੇ ਦਰ ਤੇ ਗੁਰੂ ਘਰ ਵਿੱਚ ਆ ਪਹੁੰਚੇ। ਕਿਸੇ ਨੇ ਪੁੱਛਿਆ ਰਸਤੇ 'ਚ ਮੈਂ ਖੜਾ ਤੈਨੂੰ ਵੇਖਿਆ, ਤੂੰ ਨਹੀਂ ਤੱਕਿਆ? ਉਹ ਕਹਿੰਦਾ ਮੈਨੂੰ ਨਹੀਂ ਪਤਾ ਲੱਗਾ, ਮੈਂ ਨਾਮ ਜਪਦਾ ਬਾਣੀ ਪੜ੍ਹਦਾ ਟੁਰਿਆ ਜਾ ਰਿਹਾ ਸਾਂ ਆਪਣੇ ਧਿਆਨੇ। ਉਹ ਹੈ ਤਿਆਗ, ਜਿਹੜਾ ਸੁੱਤੇ ਸਿੱਧ ਛੁੱਟਦਾ ਚਲਾ ਜਾਏ, ਜਿਹੜਾ ਸੁਭਾਵਕ ਛੁੱਟਦਾ ਚਲਾ ਜਾਏ। ਕਬੀਰ ਜੀ ਨੇ ਜਾਣ ਬੁੱਝ ਕੇ ਬੁਣਨਾ ਤਣਨਾ ਨਹੀਂ ਸੀ ਛੱਡਿਆ ਵੀ ਮੈਂ ਨਹੀਂ ਇਹ ਬੁਣਨਾ ਤਣਨਾ ਕਰਨਾ। ਕਰਦੇ ਵੀ ਸਨ, ਖੇਸ ਬੁਣਦੇ ਵੀ ਸੀ, ਪਰ ਪਰਮੇਸ਼ਰ ਦੀ ਪ੍ਰੀਤ ਵਿੱਚ ਸੁਤੇ ਸਿੱਧ ਛੁੱਟ ਗਏ। ਉਹਦੇ ਪ੍ਰੇਮ ਦੇ ਰੰਗ ਵਿੱਚ ਰੰਗਿਆਂ ਹੋਇਆਂ ਨੂੰ ਇਹਨਾਂ ਦੀ ਸੁਰਤ ਹੀ ਨਹੀਂ ਰਹੀ, ਧਿਆਨ ਹੀ ਨਹੀਂ ਰਿਹਾ ਕਿ ਮੈਂ ਜੁਲਾਹੇ ਦੀ ਕਿਰਤ ਕਰਨ ਵਾਲਾ ਜੁਲਾਹਾ ਹਾਂ, ਕਿਉਂਕਿ ਹੁਣ ਤਾਂ ਰਾਮ ਦੀ ਅੰਸ਼ ਹੋ ਗਏ ਨੇ, ਤੇ ਰਾਮ ਦੀ ਅੰਸ਼ ਵਿੱਚ ਪਹੁੰਚ ਕੇ ਭੁੱਲ ਹੀ ਗਿਆ ਕਿ ਮੈਂ ਕੀ ਕਰਦਾ ਹਾਂ। ਹੁਣ ਤਾਂ ਕਰਤਾ ਰਾਮ ਹੈ, ਮੈਂ ਤਾਂ ਕਰਤਾ ਰਿਹਾ ਹੀ ਨਹੀਂ। ਉਹਨੂੰ ਕਹਿੰਦੇ ਤਿਆਗ। ਉਹਦੀ ਪ੍ਰੀਤ ਵਿੱਚ ਕਾਮ ਛੁੱਟ ਜਾਏ, ਉਹਦੇ ਨਾਲ ਪ੍ਰੇਮ ਕਰਦਿਆਂ ਕ੍ਰੋਧ ਛੁੱਟ ਜਾਏ, ਲੋਭ ਛੁੱਟ ਜਾਏ, ਹੰਕਾਰ ਛੁੱਟ ਜਾਏ, ਇਹ ਜਿਤਨੇ ਵਿਕਾਰ ਨੇ ਛੁੱਟ ਜਾਣ, ਉਹਨੂੰ ਕਹਿੰਦੇ ਨੇ ਤਿਆਗ। ਉਹਦੀ ਪ੍ਰੀਤ ਵਿੱਚ, ਉਹਦੇ ਪ੍ਰੇਮ ਵਿੱਚ, ਕਿ ਉਹਦੇ ਪ੍ਰੇਮ ਦੇ ਬਰਾਬਰ ਕੁਝ ਵੀ ਨਹੀਂ, ਨਾ ਕਾਮ, ਨਾ ਕ੍ਰੋਧ, ਨਾ ਲੋਭ, ਨਾ ਮੋਹ। ਉਹਦੇ ਪ੍ਰੇਮ ਦੇ ਤੁੱਲ ਕੁਝ ਵੀ ਨਹੀਂ।
ਤੋ ਪਰਮੇਸ਼ਰ ਦੇ ਚਰਨਾਂ ਨਾਲ ਕਬੀਰ ਜੀ ਨੇ ਪ੍ਰੀਤ ਕੀਤੀ ਔਰ ਪ੍ਰਭੂ ਦੇ ਚਰਨਾਂ ਨਾਲ ਪ੍ਰੀਤ ਕਰਦਿਆਂ ਸੁਤੇ ਸਿਧ ਬੁਨ ਨਾ ਤਨ ਨਾ ਤਿਆਗਿਆ ਗਿਆ। ਨੀਚ ਕੁਲਾ ਜੁਲਾਹਰਾ ਭਇਓ ਗੁਣੀ ਗਹੀਰਾ। ਨੀਚ ਕੁਲ ਕਹੀ ਜਾਂਦੀ ਸੀ ਜੁਲਾਹਿਆਂ ਦੀ ਵੀ ਇਹ ਤਾਂ ਨੀਚ ਵਰਣ ਹੈ। ਬ੍ਰਾਹਮਣ ਆ ਕੇ ਤਾਂ ਹੀ ਬਹਿਸ ਕਰਦੇ ਸੀ, ਉਹ ਤੂੰ ਜੁਲਾਹਿਆਂ ਦੇ ਘਰ 'ਚ ਜੰਮਿਆ, ਸਾਡੇ ਬਰਾਬਰ ਬਹਿ ਕੇ ਭਗਤੀ ਕਰਦਾ। ਤੇ ਕਬੀਰ ਜੀ ਕਹਿੰਦੇ ਵੀ ਤੁਹਾਡੇ ਬ੍ਰਾਹਮਣ ਹੋਣ ਦਾ ਪ੍ਰਮਾਣ, ਕਹਿੰਦੇ ਜੀ ਅਸੀਂ ਬ੍ਰਾਹਮਣਾਂ ਦੇ ਘਰੇ ਜੰਮੇ ਮਹਾਰਾਜ। ਕਹਿੰਦੇ ਕਬੀਰ ਜੀ ਵੀ ਇਹੀ ਪ੍ਰਮਾਣ ਹੈ ਬਸ। ਤੇ ਬੜੇ ਸਪਸ਼ਟ ਲਫ਼ਜ਼ਾਂ 'ਚ ਕਹਿੰਦੇ ਜੇ ਬ੍ਰਾਹਮਣੀ ਦੇ ਪੇਟ ਤੋਂ ਜਨਮ ਕੇ ਹੀ ਤੁਸੀਂ ਬ੍ਰਾਹਮਣ ਹੋ ਤੇ ਫਿਰ ਆਨ ਬਾਟ ਆਉਂਦੇ, ਉਸੇ ਰਸਤੇ ਆਏ ਜਿੱਥੋਂ ਸਾਰੀ ਦੁਨੀਆ ਆਉਂਦੀ, ਫਿਰ ਕਾਹਦੇ ਬ੍ਰਾਹਮਣ। ਚਲੋ ਵੇਖ ਲੈਨੇ ਆ ਤੁਹਾਡੇ ਸਰੀਰ 'ਚ ਜੇ ਦੁੱਧ ਵਗਦਾ ਹੋਇਆ ਕੱਟ ਕੇ, ਫਿਰ ਤੁਸੀਂ ਬ੍ਰਾਹਮਣ ਤੇ ਮੈਂ ਆਪਣਾ ਹੱਥ ਕੱਟਦਾ। ਜੇ ਮੇਰੇ 'ਚ ਲਹੂ ਵਗਦਾ ਹੋਇਆ ਤੇ ਮੈਂ ਜੁਲਾਇਆ ਸ਼ੂਦਰ। ਉਹ ਕਹਿੰਦੇ ਸਾਡੇ 'ਚ ਵੀ ਖੂਨ ਆ। ਕਹਿੰਦੇ ਫਿਰ ਤੁਹਾਡੇ 'ਚ ਵੀ ਖੂਨ ਆ ਤੇ ਮੇਰੇ 'ਚ ਵੀ ਖੂਨ ਵਗਦਾ ਹੈ, ਤੇ ਫਿਰ ਕਿਵੇਂ ਪ੍ਰਮਾਣ ਹੋ ਗਿਆ ਸਿੱਧ ਵੀ ਤੁਸੀਂ ਬ੍ਰਾਹਮਣ ਹੋ। ਕਬੀਰ ਜੀ ਮਹਾਰਾਜ ਜੀ ਨੂੰ ਨੀਚ ਕੁਲਾ ਜੁਲਾਹਰਾ ਕਿਹਾ ਜਾਂਦਾ ਵੀ ਇਹ ਤਾਂ ਨੀਚ ਕੁਲ ਦਾ ਜੁਲਾਇਆ, ਖੱਡੀ ਦੇ ਉੱਤੇ ਕੰਮ ਕਰਦਾ। ਪਰਮੇਸ਼ਰ ਦੀ ਭਗਤੀ ਦੇ ਰੰਗ ਵਿੱਚ ਕਬੀਰ ਜੀ ਮਹਾਰਾਜ ਜੀ ਇਹੋ ਜਿਹੇ ਰੰਗੇ ਗਏ ਕਿ ਗੁਣਾਂ ਦੇ ਅਥਾਹ ਸਮੁੰਦਰ ਬਣ ਗਏ। ਭਇਓ ਗੁਣੀ ਗਹੀਰਾ, ਗੁਣੀ ਗਹੀਰਾ, ਗੁਣਾਂ ਦੇ ਡੂੰਘੇ ਸਮੁੰਦਰ ਹੋ ਗਏ ਭਗਤ ਕਬੀਰ ਜੀ ਮਹਾਰਾਜ। ਨਿਰੰਕਾਰ ਦੀ ਭਗਤੀ ਕਰਦਿਆਂ ਕਰਦਿਆਂ ਸ਼ੁਭ ਗੁਣਾਂ ਦੇ ਖਜ਼ਾਨੇ ਹੋ ਗਏ। ਕਬੀਰ ਜੀ ਦੀ ਬਾਣੀ ਜਦੋਂ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹਦੇ ਹਾਂ, ਖਾਲਸਾ ਜੀ ਸਾਡੀ ਸੁਰਤ ਵੀ ਉੱਥੇ ਤੱਕ ਨਹੀਂ ਜਾ ਸਕਦੀ, ਸਾਡੀਆਂ ਵਿਚਾਰਾਂ ਵੀ ਉੱਥੇ ਤੱਕ ਨਹੀਂ ਪਹੁੰਚ ਸਕਦੀਆਂ ਜਿੱਥੇ ਜਾ ਕੇ ਮਹਾਰਾਜ ਜੀ ਕਬੀਰ ਜੀ ਨੇ ਬਚਨ ਉਚਾਰਨ ਕੀਤੇ ਨੇ। ਵੱਡੇ ਵੱਡੇ ਕਥਾਕਾਰ, ਟੀਕਾਕਾਰ ਉਲਝੇਵੇਂ ਵਿੱਚ ਉਲਝ ਜਾਂਦੇ ਨੇ, ਉਹ ਉੱਥੇ ਤੱਕ ਕਬੀਰ ਜੀ ਦੀ ਉਸ ਵਿਚਾਰ ਨੂੰ ਸਮਝਣ ਵਿੱਚ ਅਸਮਰੱਥ ਤੇ ਅਸਹਾਏ ਹੁੰਦੇ ਹੈ। ਇਤਨੇ ਡੂੰਘੇ ਭਾਵ ਕਬੀਰ ਜੀ ਦੀ ਬਾਣੀ ਦੇ। 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਸਭ ਤੋਂ ਮਹਿੰਗੀ ਤੇ ਕਠਿਨ ਬਾਣੀ ਅਰਥਾਂ ਦੇ ਵਜੋਂ ਉਹ ਕਬੀਰ ਜੀ ਮਹਾਰਾਜ ਜੀ ਦੀ ਹੈ। ਇਤਨੀ ਡੂੰਘੀ ਬਾਣੀ, ਤਦੇ ਗੁਰੂ ਅਰਜਨ ਸਾਹਿਬ ਕਹਿ ਰਹੇ ਨੇ ਗੁਣੀ ਗਹੀਰਾ, ਬੜੇ ਡੂੰਘੇ ਨੇ ਕਬੀਰ ਜੀ ਮਹਾਰਾਜ। ਗੁਣਾਂ ਦੇ ਅਥਾਹ ਡੂੰਘੇ ਸਾਗਰ ਨੇ ਕਬੀਰ ਜੀ ਮਹਾਰਾਜ। ਜਿਨ੍ਹਾਂ ਨੂੰ ਨੀਚ ਕੁਲਾਂ ਦਾ ਜੁਲਾਹਰਾ ਕਿਹਾ ਜਾਂਦਾ ਸੀ, ਉਹ ਗੁਣਾਂ ਦੇ ਅਥਾਹ ਸਮੁੰਦਰ ਹੋ ਗਏ। ਰਵਿਦਾਸ ਢਵੰਤਾ ਢੋਰ ਨੀਤ ਤਨ ਤਿਆਗੀ ਮਾਇਆ। ਮਹਾਰਾਜ ਭਗਤ ਰਵਿਦਾਸ ਜੀ ਇਹ ਵੀ ਬਨਾਰਸ 'ਚ ਰਹਿੰਦੇ, ਕਬੀਰ ਜੀ ਦੇ ਨੇੜੇ ਹਨ। ਚਮਿਆਰਾਂ ਦੇ ਕੁੱਲ ਦੇ ਵਿੱਚ ਜਨਮ ਲਿਆ। ਗੁਰੂ ਅਰਜਨ ਸਾਹਿਬ ਕਹਿੰਦੇ ਕੀ ਕਰਦੇ ਸਨ, ਆਲੇ ਦੁਆਲੇ ਪਰਿਵਾਰ ਦੇ ਜੀ ਚਮੜੇ ਦਾ ਕੰਮ ਕਰਦੇ, ਮੁਰਦਾ ਜਾਨਵਰਾਂ ਦਾ ਚਮੜਾ ਉਤਾਰਦੇ ਤੇ ਉਹਦਾ ਕੰਮ ਕਰਕੇ ਚਮੜਾ ਵੇਚਦੇ, ਚਮੜੇ ਦੀਆਂ ਜੁੱਤੀਆਂ ਬਣਾਉਂਦੇ। ਰਵਿਦਾਸ ਜੀ ਮਹਾਰਾਜ ਜੀ ਵੀ ਇਹੀ ਕੰਮ ਕਰਦੇ ਰਹੇ। ਅਚਾਨਕ ਨਿਰੰਕਾਰ ਦੀ ਭਗਤੀ ਦੇ ਰੰਗ ਵਿੱਚ ਰੰਗੇ ਗਏ। ਭਗਤ ਰਾਮਾਨੰਦ ਜੀ ਮਹਾਰਾਜ ਜੀ ਦੀ ਸੰਗਤ ਪ੍ਰਾਪਤ ਹੋਈ। ਰਾਮਾਨੰਦ ਜੀ ਮਹਾਰਾਜ ਜੀ ਦੀ ਸੰਗਤ ਵਿੱਚ ਰਹਿੰਦਿਆਂ ਭਗਤ ਰਵਿਦਾਸ ਜੀ ਮਹਾਰਾਜ ਜੀ ਦਾ ਜਨਮ ਪਿਤਾ ਸੰਤੋਖ ਦਾਸ ਜੀ ਦੇ ਗ੍ਰਹਿ ਵਿਖੇ ਹੋਇਆ। ਪਰ ਪ੍ਰਭੂ ਭਗਤੀ ਵਿੱਚ ਲੱਗਦਿਆਂ ਜਿਹੜੀ ਸੰਸਾਰ ਦੀ ਮਾਇਆ ਸੀ ਉਹਦੇ 'ਚ ਰਹਿੰਦਿਆਂ ਹੋਇਆਂ ਨਿਰਲੇਪ ਰਹਿਣ ਲੱਗ ਪਏ। ਤਿੰਨ ਤਿਆਗੀ ਮਾਇਆ, ਮਾਇਆ ਵਿੱਚ ਰਹਿੰਦਿਆਂ ਮਾਇਆ ਦੀ ਮਮਤਾ ਤਿਆਗ ਦਿੱਤੀ। ਸੰਸਾਰ ਇਹ ਮਾਇਆ ਹੈ ਨਾ, ਰਹੇ ਤਾਂ ਕਬੀਰ ਜੀ ਸੰਸਾਰ ਵੀ, ਰਵਿਦਾਸ ਜੀ ਮਹਾਰਾਜ ਜੀ ਸੰਸਾਰ 'ਚ ਹੀ ਰਹਿੰਦੇ ਸੀ। ਬਨਾਰਸ ਸੰਸਾਰ ਦਾ ਹੀ ਇੱਕ ਸ਼ਹਿਰ ਹੈ ਨਾ, ਰਹਿੰਦੇ ਤਾਂ ਉੱਥੇ ਸੀ।
ਮਾਇਆ ਤਿਆਗਣ ਦਾ ਮਤਲਬ ਹੈ ਵੀ ਉਹਦੇ 'ਚ ਰਹਿੰਦਿਆਂ ਹੋਇਆਂ ਉਹਦੇ 'ਚੋਂ ਨਿਰਲੇਪ ਰਹਿਣਾ। ਜਿਵੇਂ ਕਮਲ ਦਾ ਫੁੱਲ ਪਾਣੀ 'ਚ ਰਹਿੰਦਾ ਪਾਣੀ ਤੋਂ ਨਿਰਲੇਪ ਹੁੰਦਾ, ਇਉਂ ਮਹਾਰਾਜ ਭਗਤ ਰਵਿਦਾਸ ਜੀ ਮਾਇਆ ਵਿੱਚ, ਪਰਿਵਾਰ ਵਿੱਚ, ਸੰਸਾਰ 'ਚ ਰਹਿੰਦਿਆਂ ਹੋਇਆਂ, ਗ੍ਰਸਤੀ ਨੇ, ਬੱਚੇ ਵੀ ਨੇ, ਪਰਿਵਾਰ 'ਚ ਰਹਿੰਦਿਆਂ ਹੋਇਆਂ ਵੀ ਤਿੰਨਾਂ ਦੀ ਮਮਤਾ ਦੀ, ਮਾਇਆ ਦੀ ਬਿਰਤੀ ਨੂੰ ਤਿਆਗ ਦਿੱਤਾ। ਤਿੰਨ ਤਿਆਗੀ ਮਾਇਆ, ਮਾਇਆ ਦੀ ਮਮਤਾ ਤਿਆਗ ਦਿੱਤੀ। ਮਾਇਆ ਤਿਆਗਣੀ ਸੁਖਾਲੀ ਹੈ। ਕਈਆਂ ਨੇ ਸਰੀਰ ਦੇ ਚੋਲੇ ਤੇ ਕਿਸੇ ਨੇ ਜੇਬ ਨਹੀਂ ਲਵਾਈ ਹੁੰਦੀ, ਸੌਖਾ ਹੈ, ਪਰ ਉਹਦੀ ਮਮਤਾ ਨੂੰ ਤਿਆਗਣਾ ਔਖਾ ਹੈ। ਮਾਇਆ ਤਜੀ ਤੋ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ। ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕੋ ਖਾਏ। ਮਾਣ ਨਹੀਂ ਛੱਡਿਆ। ਤੋ ਮਹਾਰਾਜ ਭਗਤ ਰਵਿਦਾਸ ਜੀ ਨੇ ਮਾਣ ਵੀ ਛੱਡ ਦਿੱਤਾ, ਤਿਆਗੀ ਮਾਇਆ, ਮਾਇਆ ਦੀ ਮਮਤਾ ਤਿਆਗ ਦਿੱਤੀ। ਹਾਂਜੀ। ਪ੍ਰਗਟ ਹੋਆ ਸਾਧ ਸੰਗ, ਹਰ ਦਰਸ਼ਨ ਪਾਇਆ। ਔਰ ਭਗਤ ਜੀ ਇਹ ਸੰਸਾਰ ਵਿੱਚ ਸਾਧ ਸੰਗਤ ਦੇ ਦੁਆਰਾ ਪ੍ਰਗਟ ਹੋ ਗਏ। ਭਗਤ ਰਵਿਦਾਸ ਜੀ ਮਹਾਰਾਜ ਸਾਧੂ ਜਨਾਂ ਦੀ ਸੰਗਤ ਹੋਈ, ਰਾਮਾਨੰਦ ਜੀ ਮਹਾਰਾਜ ਜੀ ਦੀ ਸੰਗਤ ਹੋਈ, ਔਰ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਪ੍ਰਤੱਖ ਦਰਸ਼ਨ ਭਗਤ ਰਵਿਦਾਸ ਜੀ ਮਹਾਰਾਜ ਜੀ ਨੇ ਪ੍ਰਾਪਤ ਕਰ ਲਏ। ਪ੍ਰਤੱਖ ਦਰਸ਼ਨ, ਹਰੀ ਦੇ ਪ੍ਰਤੱਖ ਦੀਦਾਰ ਉਹ ਪ੍ਰਾਪਤ ਕਰ ਲਏ। ਸੈਨਾਈ ਬਤਕਾਰੀਆ, ਉਹ ਘਰ ਘਰ ਸੁਨਿਆ। ਹੁਣ ਭਗਤ ਸੈਣ ਜੀ ਮਹਾਰਾਜ ਜੀ ਦਾ ਜ਼ਿਕਰ ਕਰਦੇ। ਤਿੰਨ ਭਗਤਾਂ ਦਾ ਉੱਤੇ ਜ਼ਿਕਰ ਆ ਗਿਆ ਹੈ, ਨਾਮਦੇਵ ਜੀ ਮਹਾਰਾਜ, ਕਬੀਰ ਜੀ ਔਰ ਰਵਿਦਾਸ ਜੀ। ਹੁਣ ਭਗਤ ਸੈਣ ਜੀ। ਸੁਨ ਸੰਧਿਆ ਤੇਰੀ ਦੇਵ ਦਿਵਾਕਰ, ਅਦਪਤ ਆਦ ਸਮਾਈ। ਏਦਾਂ ਅਕਾਲ ਪੁਰਖ ਦੀ ਆਰਤੀ ਕਰਦੇ ਭਗਤ ਸੈਣ ਜੀ। ਇਹ ਨਾਈ ਸਨ, ਵਰਨ ਕਰਕੇ ਬੁੱਤੀਆਂ ਕੱਢਦੇ ਸਨ, ਲੋਕਾਂ ਦੀਆਂ ਮਾਲਸ਼ਾਂ ਕਰਨੀਆਂ। ਭਾਈ ਗੁਰਦਾਸ ਜੀ ਲਿਖਦੇ, ਸੁਨ ਪ੍ਰਤਾਪ ਕਬੀਰ ਦਾ, ਦੂਜਾ ਭਗਤ ਹੋਆ ਸੈਣ ਨਾਈ। ਕਬੀਰ ਜੀ ਦੀ ਮਹਿਮਾ ਸੁਣ ਕੇ ਸੈਣ ਜੀ ਪਰਮੇਸ਼ਰ ਦੀ ਭਗਤੀ 'ਚ ਲੱਗੇ। ਬੁੱਤੀਆਂ ਕੱਢਦੇ, ਨਗਰ ਦਾ ਰਾਜਾ ਸੀ, ਉਹਦੀ ਜਾ ਕੇ ਰੋਜ਼ ਮਾਲਿਸ਼ ਕਰਦੇ। ਇੱਕ ਦਿਨ ਮਹਾਤਮਾ ਘਰ ਆਏ, ਸਾਰੀ ਰਾਤ ਉਹਨਾਂ ਦੀ ਸੰਗਤ ਵਿੱਚ ਬੈਠੇ ਕੀਰਤਨ ਕਰਦੇ ਰਹੇ। ਸੁਬਾਹ ਨਹੀਂ ਜਾ ਸਕੇ ਰਾਜੇ ਦੀ ਮਾਲਿਸ਼ ਨੂੰ। ਰਾਜਾ ਬੜਾ ਕ੍ਰੋਧੀ ਸੀ, ਜੇ ਪਤਾ ਲੱਗਦਾ ਸੈਣ ਨਹੀਂ ਆਇਆ, ਭਗਤ ਨੂੰ ਦੁੱਖ ਦਿੰਦਾ। ਪਰਮੇਸ਼ਰ ਭਗਤਾਂ ਦਾ ਦੁੱਖ ਬਰਦਾਸ਼ਤ ਨਹੀਂ ਕਰ ਸਕਦਾ, ਆਪ ਸੈਣ ਰੂਪ ਹੋ ਆਇਆ। ਜਾ ਕੇ ਰਾਜੇ ਦੀ ਮਾਲਿਸ਼ ਕੀਤੀ, ਤਨ ਅਰੋਗ ਹੋ ਗਿਆ। ਸੈਣ ਜੀ ਜਦੋਂ ਰਾਜੇ ਕੋਲ ਪਹੁੰਚੇ ਕੁਝ ਲੇਟ, ਕਹਿਣ ਲੱਗਾ, ਮਹਾਰਾਜ ਅੱਜ ਤਾਂ ਕਮਾਲ ਕਰ ਦਿੱਤੀ, ਤੁਸੀਂ ਮਾਲਿਸ਼ ਕੀਤੀ, ਤਨ ਦੀ ਚਮੜੀ ਦਾ ਰੋਗ ਦੂਰ ਹੋ ਗਿਆ। ਸੈਣ ਜੀ ਇੱਕਦਮ ਅਚਰਜ, ਹੈਰਾਨ ਕਿ ਮੇਰਾ ਪ੍ਰਭੂ ਆਪ ਸੈਣ ਹੋ ਕੇ ਆ ਕੇ ਮਾਲਿਸ਼ ਕਰ ਰਿਹਾ ਇੱਕ ਦੁਨਿਆਵੀ ਰਾਜੇ ਦੀ। ਬਸ ਭਗਤੀ 'ਚ ਲੱਗ ਗਏ। ਉਹ ਘਰ ਘਰ ਸੁਣਿਆ, ਘਰ ਘਰ ਵਿੱਚ ਬੁੱਤੀਆਂ ਕੱਢਣ ਵਾਲਾ ਨਾਈ ਸੁਣਿਆ ਜਾਂਦਾ ਸੀ। ਭਗਤ ਸੈਣ ਦਾ ਇਹ ਨਾਂ ਸੀ। ਹਿਰਦੇ ਵਸਿਆ ਪਾਰ ਬ੍ਰਹਮ, ਭਗਤਾ ਮਹਿ ਗਣਿਆ। ਪਰ ਹਿਰਦੇ 'ਚ ਪਾਰ ਬ੍ਰਹਮ ਪਰਮੇਸ਼ਰ ਵਸ ਗਿਆ। ਤੇ ਜਦੋਂ ਪਾਰ ਬ੍ਰਹਮ ਪਰਮੇਸ਼ਰ ਹਿਰਦੇ 'ਚ ਵਸ ਗਿਆ, ਤੇ ਜਿਹਨੂੰ ਘਰ ਘਰ 'ਚ ਬੁੱਤੀਆਂ ਕੱਢਣ ਵਾਲਾ ਨਾਈ ਕਿਹਾ ਜਾਂਦਾ ਸੀ, ਸੈਣ ਨਾਈ, ਕਹਿੰਦੇ ਉਹ ਸੈਣ ਨਾਈ ਸੰਸਾਰ ਦੇ ਘਰ ਘਰ ਵਿੱਚ ਭਗਤ ਸੈਣ ਹੋ ਕੇ ਗਣੇ ਜਾਣ ਲੱਗ ਪਏ। ਉਹਨਾਂ ਨੂੰ ਭਗਤਾਂ 'ਚ ਗਿਣਿਆ ਜਾਣ ਲੱਗ ਪਿਆ। ਭਗਤਾਂ ਮਹਿ ਗਣਿਆ, ਉਹ ਭਗਤਾਂ ਵਿੱਚ ਗਿਣੇ ਜਾਣ ਲੱਗ ਪਏ। ਭਗਤ ਹੋ ਕੇ ਸੰਸਾਰ 'ਚ ਪ੍ਰਗਟ ਹੋ ਗਏ। ਨਿਰੰਕਾਰ ਦੀ ਭਗਤੀ ਦੇ ਪ੍ਰਤਾਪ ਨੇ ਮਹਾਰਾਜ ਭਗਤ ਸੈਣ ਜੀ ਨੂੰ ਘਰ ਘਰ ਵਿੱਚ ਭਗਤ ਰੂਪ 'ਚ ਪ੍ਰਗਟ ਕਰ ਦਿੱਤਾ। ਇਹ ਬਿਦ ਸੁਣ ਕੇ ਜਟ ਰੋ ਉਠ ਭਗਤੀ ਲਾਗਾ। ਹੁਣ ਪੰਜਵੇਂ ਮਹਾਂਪੁਰਸ਼ ਭਗਤ ਧੰਨਾ ਜੀ ਦਾ ਜ਼ਿਕਰ ਹੋਣ ਲੱਗਾ। ਚਾਰਾਂ ਦਾ ਪਿੱਛੇ ਜ਼ਿਕਰ ਹੋ ਗਿਆ।
ਕਹਿੰਦੇ ਉਹਨਾਂ ਦੀ ਭਗਤੀ ਸੁਣ ਕੇ ਚਾਰ ਮਹਾਂਪੁਰਸ਼ਾਂ ਦੀ, ਕਬੀਰ ਜੀ ਦਾ, ਪ੍ਰਤਾਪ ਸੈਣ ਜੀ ਦਾ, ਰਵਿਦਾਸ ਜੀ ਮਹਾਰਾਜ ਜੀ ਦਾ, ਨਾਮਦੇਵ ਮਹਾਰਾਜ ਜੀ ਦਾ, ਜਦੋਂ ਉਹਨਾਂ ਦਾ ਨਾਂ ਸੁਣਿਆ, ਉਹਨਾਂ ਦੀ ਭਗਤੀ ਸੁਣੀ, ਤਾਂ ਜੱਟ ਧੰਨੇ ਨੂੰ ਵੀ ਰੰਗ ਲੱਗਾ ਤੇ ਉਹ ਵੀ ਭਗਤੀ 'ਚ ਲੱਗ ਗਿਆ। ਉੱਠ ਭਗਤੀ ਲਾਗਾ, ਇਹ ਬਿਦ ਸੁਣ ਕੇ ਜਾਟਰੋ। ਜਾਟਰੋ ਜੱਟ ਜ਼ਿਮੀਦਾਰ ਸਨ। ਭਗਤ ਧੰਨਾ ਜੀ ਰਾਜਸਥਾਨ ਦੇ ਇਲਾਕੇ ਵਿੱਚ ਧੂਆਂ ਕਲਾ ਨਗਰ ਹੈ, ਉੱਥੇ ਰਹਿੰਦੇ, ਜ਼ਿਮੀਦਾਰਾ ਕਰਦੇ, ਖੇਤ ਵਾਹੁੰਦੇ, ਹਲ ਜੋਤਦੇ, ਪਰਮੇਸ਼ਰ ਦੀ ਭਗਤੀ ਵਿੱਚ ਲੱਗ ਗਏ। ਅਕਾਲ ਪੁਰਖ ਦੀ ਭਗਤੀ ਦੇ ਰੰਗ ਵਿੱਚ ਭਗਤ ਧੰਨਾ ਜੀ ਵੀ ਲੱਗ ਗਏ। ਹਾਂਜੀ, ਮਿਲੇ ਪ੍ਰਤੱਖ ਗੁਸਾਈਆ ਧੰਨਾ ਵਡ ਭਾਗਾ। ਕਹਿੰਦੇ ਭਗਤ ਧੰਨਾ ਜੀ ਨੂੰ ਗੁਸਾਈ ਪ੍ਰਤੱਖ ਰੂਪ ਵਿੱਚ ਆ ਕੇ ਮਿਲੇ। ਜਦੋਂ ਆਖਿਆ ਨਾ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਕਹਿੰਦੇ ਪ੍ਰਭੂ ਦੁਨੀਆ ਆਰਤੀ ਕਰਦੀ ਆ, ਮੈਂ ਸਿੱਧਾ ਸਾਦਾ ਜੱਟ ਜ਼ਿਮੀਦਾਰ, ਮੇਰਾ ਆਰਥਾ ਪ੍ਰਵਾਨ ਕਰੋ। ਤੇ ਮੈਂ ਸੁਣਿਆ ਜਿਹੜੇ ਤੇਰੀ ਭਗਤੀ ਕਰਦੇ ਆ ਉਹਨਾਂ ਦੇ ਤੂੰ ਕੰਮ ਸਵਾਰਦਾ। ਮੈਂ ਹੁਣ ਤੇਰੀ ਭਗਤੀ ਕਰਾਂ, ਨਾਲ ਹਲ ਵੀ ਵਾਹਵਾਂ, ਨਾਲ ਗਊਆਂ ਮੱਝਾਂ ਚਾਰਾਂ, ਨਾਲੇ ਖੇਤਾਂ ਦੇ ਨੱਕੇ ਵੀ ਮੋੜਾਂ। ਮੈਂ ਕੱਲੀ ਜਿੰਦ ਕਿੱਧਰ ਕਿੱਧਰ ਵਰਤਾਂ। ਇਹ ਭਗਵਾਨ ਆ ਕੇ ਮੇਰੇ ਕੰਮ ਕਰਿਆ ਕਰ। ਪਰਮੇਸ਼ਰ ਪ੍ਰਤੱਖ ਰੂਪ ਹੋ ਕੇ ਆ ਕੇ ਮਹਾਰਾਜ ਭਗਤ ਧੰਨਾ ਜੀ ਦਾ ਖੂਹ ਵੀ ਗੇੜਦੇ ਐ, ਖੇਤਾਂ ਦੇ ਨੱਖੇ ਵੀ ਮੋੜਦੇ ਐ ਤੇ ਗਊਆਂ ਵੀ ਚਾਰਦੇ ਐ। ਗੁਰੂ ਅਰਜਨ ਸਾਹਿਬ ਕਹਿੰਦੇ ਗੁਸਾਈ ਅਕਾਲ ਪੁਰਖ ਪ੍ਰਤੱਖ ਰੂਪ ਵਿੱਚ ਆ ਕੇ ਮਹਾਰਾਜ ਭਗਤ ਧੰਨਾ ਜੀ ਨੂੰ ਮਿਲੇ ਤੇ ਭਗਤ ਧੰਨਾ ਜੀ ਵੱਡਿਆਂ ਭਾਗਾਂ ਵਾਲੇ ਹੋ ਗਏ। ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ। ਭਗਤ ਧੰਨਾ ਜੀ ਵੱਡਿਆਂ ਭਾਗਾਂ ਵਾਲੇ ਕਿ ਗੁਸਾਈ ਪ੍ਰਤੱਖ ਰੂਪ ਵਿੱਚ ਆਣ ਕੇ ਤਿਨਾਂ ਨੂੰ ਮਿਲੇ। ਮਹਾਰਾਜ ਜੀ ਦੀ ਭਗਤੀ ਦਾ ਪ੍ਰਤਾਪ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਸ ਸ਼ਬਦ ਵਿੱਚ ਦਰਸਾਇਆ ਹੈ। ਗੁਰੂ ਸਾਹਿਬ ਕਿਰਪਾ ਕਰਨ, ਪ੍ਰਭੂ ਭਗਤੀ ਦੀ ਦਾਤ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਵੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਅਗਾਂਹ ਵਾਸਤੇ ਸਤਿਗੁਰੂ ਜੀ ਸਦ ਬੁੱਧੀ ਔਰ ਸਮਤ ਪ੍ਰਦਾਨ ਕਰਨ। ਸਾਧ ਸੰਗਤ ਜੀ ਬੇਨਤੀ ਹੈ ਕਿ 8 ਅਗਸਤ ਨੂੰ ਗੁਰੂ ਕੇ ਬਾਗ ਦਾ ਮੋਰਚਾ, ਉਹਦਾ 100 ਸਾਲਾ ਸ਼ਤਾਬਦੀ ਦਿਵਸ ਆ ਰਿਹਾ ਹੈ। ਸਮੁੱਚੇ ਪੰਥ ਵੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਕੇ ਬਾਗ ਵਿਖੇ ਇਹ ਸ਼ਹੀਦੀ ਮੋਰਚਾ ਜਿਹੜਾ ਹੈ ਗੁਰੂ ਕੇ ਬਾਗ ਦਾ, ਉਹ ਮਨਾਇਆ ਜਾ ਰਿਹਾ ਹੈ। ਉਹਦੇ ਸਬੰਧ ਵਿੱਚ ਗੁਰਮਤਿ ਸਮਾਗਮ ਹੋਣਗੇ, ਆਪ ਜੀ ਨੇ ਹਾਜ਼ਰੀਆਂ ਭਰਨੀਆਂ। 7 ਅਗਸਤ ਦਿਨ ਐਤਵਾਰ ਨੂੰ ਸ਼ਾਮ ਦੀ ਜੋ ਕਥਾ ਦੀ ਸਮਾਪਤੀ ਹੈ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ, ਜੋ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਆਪ ਜੀ ਸਰਵਣ ਕਰ ਰਹੇ ਹੋ, ਉਹ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਸਮਾਪਤੀ 7 ਅਗਸਤ ਦਿਨ ਐਤਵਾਰ ਸ਼ਾਮ ਨੂੰ 5:15 ਤੋਂ 6:15 ਵਜੇ ਤੱਕ ਹੋਵੇਗੀ। ਆਪ ਜੀ ਨੇ ਉਹਨਾਂ ਸਮਾਗਮਾਂ ਵਿੱਚ ਵੀ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਜਸ ਸਰਵਣ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਇਹ ਬੇਨਤੀਆਂ ਆਪ ਸਾਰੀ ਸੰਗਤ ਨੇ ਪ੍ਰਵਾਨ ਕਰਨੀਆਂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ, ਤੁਮਰੀ ਕਿਰਪਾ ਮਹਿ ਕੋਇ ਨ ਜਾਣੈ, ਤੁਮਰਾ ਅੰਤ ਉਚੈ ਤੇਊ। ਸਗਲ ਸਮਗਰੀ ਤੁਮਰੇ ਸੂਤਰ ਧਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ। ਬੋਲੋ ਜੀ ਇੱਕ ਓੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਏ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲੈਨ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦਨੋ ਸਿਮਰਨ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੇ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣਡਿਠ ਕੀਤਾ। ਇਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚੀਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਆਪ ਜੀ ਦੇ ਮਹਾਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰ ਪਰਮੇਸ਼ਰ ਜੀਓ। ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਸਤਿਗੁਰੂ ਜੀ। ਆਪ ਜੀ ਦੇ ਪਾਵਨ ਚਰਨਾਂ ਕਮਲਾਂ ਚ ਅਰਦਾਸ ਬੇਨਤੀ ਹੈ ਜੀ। ਆਪ ਜੀ ਦੇ ਹਜੂਰ ਨਿਤਨੇਮ ਅਨੁਸਾਰ ਅੰਮ੍ਰਿਤ ਵੇਲੇ ਤੋਂ ਸੁੰਦਰ ਸੱਚਖੰਡ ਦੀਵਾਨ ਸੱਜੇ ਹਨ ਜੀ। ਸੱਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੇ ਜਾਪ,
ਸੰਪੂਰਨ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਨੰਦ ਸਾਹਿਬ ਜੀ ਦੀਆਂ ਪੌੜੀਆਂ ਦੇ ਗਾਇਨ ਉਪਰੰਤ ਆਪ ਜੀ ਦੇ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਦੀ ਕਥਾ ਵਿਚਾਰ ਹੋਈ ਹੈ। ਸਤਿਗੁਰੂ ਜੀਓ, ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨਾ। ਪੜ੍ਹੀ ਸੁਣੀ ਗੁਰਬਾਣੀ ਦਾ ਸਮੁੱਚਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਜੀ। ਸਭ ਸੰਗਤਾਂ ਨੂੰ ਦਰੋਂ ਘਰੋਂ ਨਾਮਦਾਨ ਸਿੱਖੀ ਸਿਦਕ ਭਰੋਸਾ ਬਖਸ਼ਣਾ, ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨਾ, ਸ਼ੁਭ ਭਾਵਨਾ ਪੂਰੀਆਂ ਕਰਨੀਆਂ। ਸਤਿਗੁਰੂ ਜੀਓ, ਆਪ ਜੀ ਦੇ ਬਖਸ਼ੇ ਹੋਏ ਖਜ਼ਾਨਿਆਂ ਦੇ ਵਿੱਚੋਂ ਤਥਾ ਸੰਗਤਾਂ ਵੱਲੋਂ ਆਪ ਜੀ ਦੇ ਹਜੂਰ ਕੜਾ ਪ੍ਰਸ਼ਾਦ ਹਾਜ਼ਰ ਹੈ ਜੀ। ਆਪ ਜੀ ਨੂੰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਵਰਤਾਉਣ ਦੀ ਆਗਿਆ ਬਖਸ਼ੋ, ਕਿਰਪਾ ਕਰੋ। ਸਮੂਹ ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ ਭੇਟਾਵਾਂ ਸੇਵਾਵਾਂ ਦਰ ਪ੍ਰਵਾਨ ਕਰਦੇ ਹੋਏ ਸ੍ਰੀ ਮੁਖ ਵਾਕ ਬਖਸ਼ਿਸ਼ ਕਰਕੇ ਨਿਹਾਲ ਕਰੋ ਜੀ। ਸਰਬੱਤ ਦੇ ਕਾਰਜ ਰਾਸ ਕਰਨੇ, ਸੁਖ ਹੋਵੇ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਆ, ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਨਾਨਕ ਨਾਮ ਨਿਰੰਜਨ ਜਾਣਿਓ, ਕੀਨੀ ਭਗਤ ਪ੍ਰੇਮ ਲਿਵ ਲਾਈ। ਤਾਤੇ ਅੰਗ ਦੇ ਅੰਗ ਸੰਗ ਭਇਓ ਸਾਇਰ, ਤਨ ਸ਼ਬਦ ਸੁਰਤ ਕੀਨੀ ਵਰਖਾਈ। ਗੁਰੂ ਅਮਰਦਾਸ ਕੀ ਕਥ ਕਥਾ ਹੈ, ਇੱਕ ਜੀ ਕਛ ਕਹੀ ਨਾ ਜਾਈ। ਸੋਢੀ ਸ੍ਰਿਸ਼ਟ ਸਗਲ ਤਾਰਨ ਕੋ, ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ। ਡਿਠੇ ਸਭੈ ਥਾਵ ਨਹੀਂ ਤੁਧ ਜਿਹਾ, ਵਧੋ ਪੁਰਖ ਵਿਧਾਤੇ ਤਾਂ ਤੂੰ ਸੋਇਆ। ਪਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾ ਨਾਨਕ ਕਸ ਮਲ ਜਾਏ। ਨਾਏ ਰਾਮਦਾਸ ਸਰ, ਤੈਂਡੇ ਬੰਧ ਸਮੈ ਕੋਇ ਨ ਡਿਠਾ। ਤੂੰ ਨਾਨਕ ਮਨ ਭਾਣਾ, ਘੋਲ ਕਮਾਈ ਤਿਸ ਮਿੱਤਰ ਵਿਚੋਲੇ। ਜਹ ਮਿਲ ਕੰਤ ਪਛਾਣਾ, ਸਕੋ ਟਲ ਗੁਰ ਸੇਵੀਆ। ਅਹਨ ਸੋ ਸਹਜ ਸੁਭਾਇ, ਦਰਸ਼ਨ ਪਰਸਿਆ ਗੁਰੂ ਕੈ। ਜਨਮ ਮਰਨ ਦੁਖ ਜਾਇ,
ਹੋਵੈ ਸੇਵਤ ਖਸਮਦੀ ਨੂਰ ਅਰਸੋਂ ਕੁਰਸੋਂ ਝੱਠੀਐ ਤੋਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਛਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਹੱਲਾ ਪੰਜਵਾਂ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਆੜ ਦਾਮ ਕੋ ਛਿਪਰੋ ਹੋਇਓ ਲਖੀਣਾ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਆੜ ਦਾਮ ਕੋ ਛਿਪਰੋ ਹੋਇਓ ਲਖੀਣਾ। ਰਹਾਉ ਬੋਲਣਾ ਤਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੋ ਲਹਰਾ ਭਇਓ ਗੁਣੀ ਗਹੀਰਾ। ਰਵਿਦਾਸ ਧਵੰਤਾ ਢੋਲ ਨੀਤ ਤਿਨ ਤਿਆਗੀ ਮਾਇਆ ਪ੍ਰਗਟ ਹੁਆ ਸਾਧ ਸੰਗ ਹਰ ਦਰਸ਼ਨ ਪਾਇਆ। ਸੈਨ ਨਾਈ ਪੁੱਤ ਕਾਰੀਆ ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ। ਇਹ ਬਿਦ ਸੁਣ ਕੇ ਜਟ ਰੋ ਉਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆ ਧੰਨਾ ਵਡ ਭਾਗਾ। ਇਹ ਬਿਦ ਸੁਣ ਕੇ ਜਟ ਰੋ ਉਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆ ਧੰਨਾ ਵਡ ਭਾਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸਤਨਾਮ ਜੀ। ਗੁਰੂ ਵਾਹਿਗੁਰੂ ਜੀ। ਸਤਨਾਮ ਵਾਹਿਗੁਰੂ ਵਾਹਿਗੁਰੂ ਗੁਰੂ ਜੀ। ਸਤਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ